ਸ੍ਰੀ ਵਾਹਿਗੁਰੂ ਜੀ। ਗਾਵੇ ਕੋ ਤਾਣ ਹੋਵੇ ਕਿਸੈ ਤਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਪਰੰਤ ਤੀਸਰੀ ਪੌੜੀ ਦੇ ਅੰਦਰ ਸਿੱਧਾਂ ਦਾ ਪ੍ਰਸ਼ਨ ਹੈ ਕਿ ਮਹਾਰਾਜ ਤੁਸੀਂ ਜੋ ਇਹ ਗੱਲ ਕਹੀ ਹੈ ਕਿ ਹੁਕਮ ਨਾ ਕਿਹਾ ਜਾਏ, ਪਰਮੇਸ਼ਰ ਦਾ ਹੁਕਮ ਕਿਹਾ ਨਹੀਂ ਜਾ ਸਕਦਾ। ਕੁਝ ਲੋਕ ਪ੍ਰਸ਼ਨ ਕਰਦੇ ਨੇ ਤੇ ਉਹਦੇ ਵਿੱਚ ਚਲਾਕੀ ਹੁੰਦੀ। ਸਿੱਧਾਂ ਦੇ ਵਿੱਚ ਵੀ ਚਲਾਕੀਆਂ ਸੀ, ਪਿੱਛੇ ਵੀ ਵਰਤੀਆਂ, ਹੁਣ ਵੀ ਅਜੇ ਵਰਤ ਰਹੇ। ਸਿੱਧਾਂ ਨੇ ਸੋਚਿਆ ਵੀ ਆਪਾਂ ਤਪਾ ਜੀ ਨੂੰ ਪੁੱਛੋ, ਜੇ ਹੁਕਮ ਨਹੀਂ ਕਿਹਾ ਜਾ ਸਕਦਾ ਤਾਂ ਪਰਮੇਸ਼ਰ ਦਾ ਜਿਹੜਾ ਬਲ ਹੈ, ਤਾਕਤ ਹੈ, ਉਹ ਵਰਣਨ ਕਰੋ। ਉਹਨਾਂ ਦਾ ਭਾਵ ਇਹ ਸੀ ਜਿਵੇਂ ਇੱਕ ਪਹਿਲਵਾਨ ਦਾ ਉਹਦੀ ਤਾਕਤ ਦੇ ਨਾਲ ਪਤਾ ਲੱਗ ਜਾਂਦਾ ਵੀ ਇਹ ਕਿੰਨੀ ਕੁ ਤਾਕਤ ਦਾ ਮਾਲਕ ਹੈ। ਜਦੋਂ ਇਹ ਪਰਮੇਸ਼ਰ ਦਾ ਬਲ ਕਥਨ ਕਰਨਗੇ, ਪਰਮੇਸ਼ਰ ਦਾ ਆਪ ਹੀ ਪਤਾ ਲੱਗ ਜਾਊਗਾ ਵੀ ਪਰਮੇਸ਼ਰ ਇਹੋ ਜਿਹਾ। ਜੇ ਹੁਕਮੀ ਤੇ ਹੁਕਮ ਅਕਥ ਹਨ, ਅਕਥ ਨਹੀਂ ਹੈ ਕਿ ਨਾ ਹੁਕਮ ਕਿਹਾ ਜਾ ਸਕਦਾ ਨਾ ਹੁਕਮ ਕਰਨ ਵਾਲੇ ਦਾ, ਅਖੇ ਜੀ ਬਲ ਕਥਨ ਕਰ ਦਿਓ, ਇਹ ਚਲਾਕੀ ਹੈ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੇ ਉਹਦੀ ਇਹ ਵਿਚਾਰ ਸੁਣ ਕਰਕੇ ਤੇ ਅੱਗੇ ਹੁਣ ਪਹਿਲਾ ਜਿਹੜਾ ਅਰਥ ਹੈ ਅੱਜ ਦੀ ਇਹ ਕਥਾ ਵਿੱਚ ਆਰੰਭ ਹੋ ਰਿਹਾ ਹੈ, ਇਹਦੇ ਵਿੱਚ ਦੋ ਪੱਖ ਜਾਣਨ। ਇੱਕ ਵਿਧੀ ਪੱਖ ਹੁੰਦਾ ਹੈ, ਇੱਕ ਨਿਸ਼ੇਧ ਪੱਖ ਹੁੰਦਾ ਹੈ। ਵਿਧੀ ਪੱਖ ਵਿੱਚ ਖੰਡਨ ਹੁੰਦਾ ਹੈ, ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਤੇ ਜਿਹੜਾ ਨਿਖੇਧ ਪੱਖ ਹੈ ਉਹਦੇ ਵਿੱਚ ਇਹ ਹੁੰਦਾ ਵੀ ਇਹ ਨਹੀਂ ਹੋ ਸਕਦਾ। ਜਿਹੜਾ ਵਿਧੀ ਪੱਖ ਹੈ ਉਹਦੇ ਚ ਇਹਦੇ ਚ ਇਉਂ ਹੋ ਸਕਦਾ ਹੈ। ਇਹਨਾਂ ਗੱਲਾਂ ਨੂੰ ਧਿਆਨ ਦੇ ਨਾਲ ਸਮਝਦੇ ਰਹਿਣਾ ਹੈ। ਪਤਾ ਨਹੀਂ ਕਲਗੀਧਰ ਪਾਤਸ਼ਾਹ ਨੇ ਤੁਹਾਡੇ ਚੋਂ ਕਿਹਦੀ ਕਿੱਡੀ ਵੱਡੀ ਡਿਊਟੀ ਲੈਣੀ ਹੈ। ਜਵਾਕਾਂ ਦੀ ਤਰ੍ਹਾਂ ਜਿਹੜੇ ਨਿੱਕੇ ਨਿੱਕੇ ਬੱਚੇ ਵਿਦਿਆ ਪੜ੍ਹਨ ਵਾਸਤੇ ਆਏ ਸੀ, ਬੜੇ ਬੜੇ ਭਾਰੀ ਪੰਥ ਦੇ ਵਿਦਵਾਨ ਬਣ ਕੇ ਅੱਜ ਗੁਰੂ ਸਾਹਿਬ ਦੇ ਤਖਤ ਸਾਹਿਬਾਨਾਂ ਤੇ ਜਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਉਹ ਚੰਗੇ ਥਾਂ ਤੇ ਜਾਂ ਸਿੱਖ ਸੰਗਤਾਂ ਦੇ ਚੰਗੇ ਗੁਰੂ ਘਰਾਂ ਦੇ ਅੰਦਰ ਦੇਸਾਂ ਪ੍ਰਦੇਸਾਂ 'ਚ, ਇਸ ਕਰਕੇ ਵਿਦਿਆ ਪੜ੍ਹੋ ਪੂਰੇ ਧਿਆਨ ਦੇ ਨਾਲ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਨਿਖੇਧ ਪੱਖ ਪਹਿਲਾਂ ਲਿਆ ਹੋਇਆ ਕਥਨ ਕਰਦੇ ਨੇ। ਤੇ ਆਓ ਜਿਸ ਪ੍ਰਕਾਰ ਵਿਚਾਰ ਆਉਂਦੀ ਹੈ ਸੁਣੋ। ਹਾਂਜੀ। ਸ੍ਰੀ ਵਾਹਿਗੁਰੂ ਜੀ। ਗਾਵੇ ਕੋ ਤਾਣ ਹੋਵੇ ਕਿਸੈ ਤਾਣ। ਸਿੱਧੋ ਕੋ ਦਾ ਅਰਥ ਹੈ ਕੋਈ। ਉਸ ਵਾਹਿਗੁਰੂ ਦੇ ਤਾਣ ਬਲ ਨੂੰ, ਕੋ ਦਾ ਅਰਥ ਹੈ ਕੌਣ। ਕੌਣ ਗਾ ਸਕਦਾ ਹੈ? ਭਾਵ ਨਹੀਂ ਕੋਈ ਗਾ ਸਕਦਾ। ਜਿਹੜਾ ਪਰਮੇਸ਼ਰ ਇੱਕ ਖਿਣ ਮਾਤਰ ਅੱਖ ਦੇ ਖੋਲਣ ਤੇ ਮੀਚਣ ਦੇ ਸਮੇਂ ਦੇ ਵਿੱਚ ਸ੍ਰਿਸ਼ਟੀ ਨੂੰ ਰਚ ਸਕਦਾ ਹੈ। ਅੱਖਾਂ ਖੋਲੀਆਂ ਸ੍ਰਿਸ਼ਟੀ ਰਚੀ ਗਈ, ਅੱਖਾਂ ਬੰਦ ਕੀਤੀਆਂ ਸ੍ਰਿਸ਼ਟੀ ਖਤਮ ਹੋ ਗਈ। ਹਰਨ ਭਰਨ ਜਾ ਕਾ ਨੇਤਰ ਫੋਰ। ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਖਿਨ ਮਹਿ ਥਾਪੋ ਥਾਪ ਦਾ ਇੱਕ ਛਿਨ ਵਿੱਚ ਪੈਦਾ ਕਰਦਾ ਹੈ, ਖਿਨ ਵਿੱਚ ਨਾਸ ਕਰ ਦਿੰਦਾ ਹੈ। ਤੇ ਇਹੋ ਜਿਹੇ ਪਰਮੇਸ਼ਰ ਦੇ ਬਲ ਨੂੰ, ਐਡੇ ਬਲੀ ਪਰਮੇਸ਼ਰ ਦੇ ਬਲ ਨੂੰ ਅੰਤਰਜਾਮੀ ਸਤਿਗੁਰੂ ਕਹਿੰਦੇ ਕੋਈ ਪਹਿਲਵਾਨਾਂ ਵਾਲਾ ਬਲ ਥੋੜੀ ਸੀ ਵੀ ਇੰਨੀ ਕੁ ਤਾਕਤ ਦਾ ਹੀ ਮਾਲਕ ਹੈ ਉਹ। ਇਸ ਕਰਕੇ ਉਹ ਪਰਮੇਸ਼ਰ ਦਾ ਇਹੋ ਜਿਹਾ ਜਿਹੜਾ ਬਲ ਹੈ, ਬਲੀ ਪਰਮੇਸ਼ਰ ਦੇ ਬਲ ਨੂੰ ਗਾਉਣ ਦੀ ਕਿਸੇ ਦੇ ਵਿੱਚ ਵੀ ਸਮਰੱਥਾ ਨਹੀਂ ਹੈ। ਉਸ ਪਰਮੇਸ਼ਰ ਦੇ ਬਲ ਨੂੰ ਕੋਈ ਨਹੀਂ ਗਾ ਸਕਦਾ। ਹਾਂ, ਜੇਕਰ ਕਿਸੇ ਵਿੱਚ ਤਾਣ ਬਲ ਹੋਵੇ ਕਿਸੇ ਤਾਣ ਦਾ ਅਰਥ ਹੀ ਬਲ ਹੁੰਦਾ ਹੈ, ਤਾਕਤ ਹੁੰਦੀ ਹੈ। ਉਹ ਗਾ ਸਕਦਾ ਜਿਹਦੇ ਵਿੱਚ ਤਾਣ ਹੋਵੇ। ਤੇ ਜੇ ਕਿਸੇ ਦੇ ਵਿੱਚ ਬਲ ਹੈ ਹੀ ਨਹੀਂ, ਉਹ ਪਰਮੇਸ਼ਰ ਦੇ ਬਲ ਨੂੰ ਕੀ ਗਾ ਸਕਦਾ? ਸਿੱਧੋ ਨਿਰੁੱਤਰ ਕਰ ਦਿੱਤਾ। ਸਿੱਧਾ ਨੇ ਪ੍ਰਸ਼ਨ ਦੀ ਕਰਵਟ ਲਈ, ਕਹਿੰਦੇ ਜੀ ਠੀਕ ਹੈ, ਜੇ ਵਾਹਿਗੁਰੂ ਦੇ ਬਲ ਨੂੰ ਨਹੀਂ ਗਾ ਸਕਦਾ ਤਾਂ ਉਹਦੀਆਂ ਦਾਤਾਂ, ਉਹਦੀਆਂ ਨਿਸ਼ਾਨੀਆਂ, ਇਹਦਾ ਹੀ ਵਰਣਨ ਕਰ ਦਿਓ। ਪਿੱਛੇ ਜੋ ਤੁਸੀਂ ਕਿਹਾ ਅਸੀਂ ਸਭ ਕੁਝ ਸਮਝ ਲਿਆ। ਜਿਹਦੇ ਹੁਕਮ ਨੂੰ ਜਾਣ ਲਵੇ ਹੋਮੇ ਨਹੀਂ ਕਰ ਸਕਦਾ, ਸਾਰੀਆਂ ਗੱਲਾਂ
ਮਹਾਰਾਜ ਸਾਹਿਬ ਨੇ ਫਿਰ ਉੱਤਰ ਦਿੱਤਾ ਹੈ, ਗਾਵੇ ਕੋ ਦਾਤ ਜਾਣੈ ਨਿਸ਼ਾਨ। ਤੇ ਇਹ ਸ਼ਬਦ ਦੇ ਦੋ ਵਿਸਰਾਮ, ਉਹ ਧਿਆਨ ਦੇ ਨਾਲ ਪਹਿਲਾ ਤਾਣ ਤੇ ਦੂਜਾ ਦਾਤ ਤੇ, ਯਾਨੀ ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੈ ਨਿਸ਼ਾਨ। ਉਦੋਂ ਬਾਅਦ ਸਾਰੀ ਪੌੜੀ ਦੇ ਗਾਵੇ ਕੋ ਤੋਂ ਹੀ ਵਿਸਰਾਮ ਲੱਗਦੇ ਜਾਣਗੇ। ਇਹ ਵਿਸਰਾਮ ਭੇਦ ਹੈ ਤੇ ਚੇਤੇ ਰੱਖਣਾ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੀਆਂ ਉਸ ਪਰਮੇਸ਼ਰ ਨੇ ਕਿਸੇ ਮਨੁੱਖ ਨੂੰ ਦਾਤਾਂ ਦਿੱਤੀਆਂ ਉਹ ਵੀ ਨਹੀਂ ਗਿਣੀਆਂ ਜਾ ਸਕਦੀਆਂ। ਕਿਹੜਾ ਮਨੁੱਖ ਹੈ ਜੋ ਪਰਮੇਸ਼ਰ ਦੀਆਂ ਦਾਤਾਂ ਦਿੱਤੀਆਂ ਹੋਈਆਂ ਸਾਰੀਆਂ ਦਾਤਾਂ ਨੂੰ ਗਾਵੇ ਗਾ ਸਕੇ? ਨਹੀਂ ਕਥਨ ਕਰ ਸਕਦਾ। ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਜੇਕਰ ਨਿਸ਼ਾਨ ਪ੍ਰਗਟ ਕਰਕੇ ਜਾਣੇ ਤੇ ਤਾਂ ਹੀ ਕਹੂਗਾ, ਜਾਣਦਾ ਹੀ ਨਹੀਂ ਅਣਜਾਣ ਬੰਦਾ ਕੀ ਕਹੂਗਾ। ਇਸ ਕਰਕੇ ਉਹ ਤਾਂ ਦੱਸ ਸਕਦਾ ਹੈ ਜੇ ਨਿਸ਼ਾਨ ਪ੍ਰਗਟ ਕਰਕੇ ਜਾਣੇ। ਉਹ ਜਾਣਦਾ ਹੀ ਨਹੀਂ, ਐਸਾ ਸੰਭਵ ਨਹੀਂ ਹੈ ਕਿ ਸਾਰੀ ਸ੍ਰਿਸ਼ਟੀ ਦੇ ਜੀਵਾਂ ਦੀਆਂ ਦਾਤਾਂ ਜਿਹੜੀਆਂ ਦਿੱਤੀਆਂ ਹੋਈਆਂ ਨੇ ਉਹਨਾਂ ਨੂੰ ਕੋਈ ਗਾ ਸਕੇ, ਕਿ ਕੋਈ ਪਰਮੇਸ਼ਰ ਨੂੰ ਜਾਣਦਾ ਹੋਵੇ ਉਹਦੀਆਂ ਨਿਸ਼ਾਨੀਆਂ ਦੱਸ ਸਕੇ। ਕਹਿੰਦੇ ਨਹੀਂ, ਐਸਾ ਹੈ ਗਾਵੇ ਕੋ ਦਾਤ ਜਾਣੈ ਨਿਸ਼ਾਨ। ਉਹਦੀਆਂ ਨਿਸ਼ਾਨੀਆਂ ਨੂੰ, ਉਹਦੇ ਚਿੰਨ੍ਹਾਂ ਨੂੰ, ਉਹਦੀਆਂ ਦਾਤਾਂ ਨੂੰ ਨਹੀਂ ਕੋਈ ਜਾਣ ਸਕਦਾ ਹੈ। ਗਾਵੇ ਕੋ ਗੁਣ ਵਡਿਆਈ ਆਚਾਰ। ਸਿੱਧਾਂ ਨੇ ਪ੍ਰਸ਼ਨ ਕੀਤਾ, ਜੇਕਰ ਉਹਦੀਆਂ ਦਾਤਾਂ ਨਹੀਂ ਗਾਣੀਆਂ ਜਾ ਸਕਦੀਆਂ ਤੇ ਉਹਨਾਂ ਦੇ ਗੁਣ ਤੇ ਵਡਿਆਈਆਂ ਦਾ ਵਰਣਨ ਕਰ ਦਿਓ। ਫਿਰ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਗਾਵੇ ਕੋ ਗੁਣ ਵਡਿਆਈ ਆਚਾਰ। ਤੇ ਇਸ ਨੂੰ ਵਡਿਆਈਆਂ ਬਿੰਦੀ ਲਾ ਕੇ ਨਹੀਂ ਕਰਨਾ, ਇਹਦੀ ਲੋੜ ਨਹੀਂ ਹੈਗੀ। ਇੱਥੇ ਬਿੰਦੀ ਉੱਥੇ ਲਾਈਦੀ ਹੈ ਜਿੱਥੇ ਅਰਥ ਨੂੰ ਫਰਕ ਹੋਵੇ, ਪਾਠ ਵਿਗੜਦਾ ਹੋ। ਕੁਝ ਲੋਕ ਕਹਿੰਦੇ ਨੇ ਜੀ ਇਹ ਬਹੁ ਵਚਨ ਹੈ ਵਡਿਆਈਆਂ, ਤੇ ਇਸ ਕਰਕੇ ਵੀ ਇਸ ਨੂੰ ਬਹੁ ਵਚਨ ਬਚਾਉਣ ਵਾਸਤੇ ਵਡਿਆਈਆਂ ਕਹਿਣਾ ਪਊਗਾ। ਵਡਿਆਈਆ ਇੱਕ ਵਚਨ ਹੈ, ਇਹ ਵਿਆਕਰਨ ਵਾਲੇ ਜਾਂ ਦੂਜੇ ਤੀਜੇ ਕਹਿੰਦੇ, ਪਰ ਗਲਤ ਹੈ। ਜਿੱਥੇ ਇੱਕ ਵਚਨ ਵਰਤਣਾ ਹੈ ਉੱਥੇ ਮਹਾਰਾਜ ਨੇ ਕਿਹਾ ਚੰਗਿਆਈ ਆਲਕ ਕਰੇ। ਚੰਗਿਆਈ ਇਹ ਹੈ ਇੱਕ ਵਚਨ, ਚੰਗਿਆਈ ਇੱਕ ਵਚਨ, ਚੰਗਿਆਈਆ ਬਹੁ ਵਚਨ। ਵਡਿਆਈ ਇੱਕ ਵਚਨ, ਵਡਿਆਈਆ ਬਹੁ ਵਚਨ। ਉਸ ਵੇਲੇ ਦੀ ਬੋਲੀ ਹੈ ਜਿਸ ਵੇਲੇ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ, ਉਦੋਂ ਬਿੰਦੀ ਤੋਂ ਬਿਨਾਂ ਬਹੁ ਵਚਨ ਬੋਲਿਆ ਜਾਂਦਾ ਸੀ। ਜੇ ਕੋਈ ਕਹੇ ਵੀ ਐਸਾ ਕਿਉਂ ਹੈ, ਇਸ ਕਰਕੇ ਇਹ ਸੀ ਪਾਠ ਦਾ ਭੇਦ। ਮਹਾਰਾਜ ਨੇ ਕਿਹਾ ਉਹਦੇ ਗੁਣਾਂ ਨੂੰ ਕੌਣ ਹੈ ਜਿਹੜਾ ਗਾ ਸਕਦਾ ਹੈ? ਭਾਵ ਕਿ ਕੋਈ ਨਹੀਂ ਗਾ ਸਕਦਾ। ਗੁਣ ਦਾ ਅਰਥ, ਗੁਣ ਕਿਸ ਨੂੰ ਕਹਿੰਦੇ? ਗੁਣ ਇੱਕ ਸ੍ਰੇਸ਼ਟ ਖੂਬੀ ਨੂੰ ਕਹਿੰਦੇ ਨੇ। ਜਿਹੜੀ ਸ੍ਰੇਸ਼ਟ ਖੂਬੀ ਹੋਵੇ ਕਿਸੇ, ਉਹਨੂੰ ਗੁਣ ਕਹੀਦਾ। ਪਰਮੇਸ਼ਰ ਸਾਰੇ ਹੀ ਸ੍ਰੇਸ਼ਟ ਖੂਬੀਆਂ ਦਾ ਭਰਿਆ ਹੋਇਆ, ਤੋ ਇਸ ਕਰਕੇ ਉਹਦੀਆਂ ਸ੍ਰੇਸ਼ਟ ਖੂਬੀਆਂ ਨੂੰ ਕੋਈ ਨਹੀਂ ਗਾ ਸਕਦਾ। ਉਸ ਅਕਾਲ ਪੁਰਖ ਨੇ ਗਰੀਬਾਂ ਨੂੰ ਨਿਵਾਜਣਾ, ਅਕਿਰਤ ਕਣਾਂ ਨੂੰ ਪਾਲਣਾ, ਕਿਰਪਾ ਦੇ ਖਜ਼ਾਨੇ, ਕਿੱਡੇ ਕੁ ਗੁਣ ਉਹਦੇ ਕਹੇ ਜਾਣ। ਇਹਦੇ ਉਪਕਾਰ ਗਾਉਣ ਦੇ ਲਈ ਕੋਈ ਸਮਰੱਥ ਨਹੀਂ ਹੈ ਸਿੱਧੋ। ਜਿਵੇਂ ਅਕਿਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਜਿਹੜੇ ਉਹਨੂੰ ਭੁਲਾਈ ਫਿਰਦੇ ਨੇ ਉਹਨਾਂ ਨੂੰ ਵੀ ਰੋਜੀ ਦਿੰਦਾ ਹੈ। ਉਹਦੇ ਕੀਤੇ ਨੂੰ ਭੁਲਾਉਂਦੇ ਨੇ ਜਿਹੜੇ ਕਹਿੰਦੇ ਰੱਬ ਹੈ ਨਹੀਂ, ਪਾਲਣਾ ਉਹਨਾਂ ਦੀ ਵੀ ਵਿੱਚ ਕਰੀ ਜਾਂਦਾ। ਗਰੀਬ ਨਵਾਜ ਗੁਸਾਈਆਂ ਮੇਰਾ, ਉਹ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਮੇਰੇ ਸਾਹਿਬਾ ਗੌਣ ਜਾਣੈ ਗੁਣ ਤੇਰੇ, ਤੇਰੇ ਗੁਣਾਂ ਨੂੰ ਨਹੀਂ ਕੋਈ ਜਾ ਸਕਦਾ। ਸ਼ੇਸ਼ ਨਾਗ ਸਿਰ ਸਹਿਸ ਬਨਾਈ, ਦੋਏ ਸਹੰਸ ਰਸਨਾ ਸੁਹਾਈ। ਰੜਤ ਅਵਲਗੇ ਨਾਮ ਅਪਾਰਾ, ਤੁਮਰੋ ਤੋ ਨ ਪਾਵਤ ਪਾਰਾ। ਏਕ ਜਿਹੀ ਗੁਣ ਕਵਨ ਬਖਾਨੈ, ਮੇਰੀ ਤਾਂ ਇੱਕ ਜੀਵ ਹੈ, ਕਿਹੜੇ ਗੁਣ ਕਹਿੰਦੇ ਤੇਰੇ? ਸਹਿਸ ਪਨੀ ਸੇਖ ਅੰਤ ਨ ਜਾਣੇ, ਤੇਰਾ ਤਾਂ ਅੰਤ ਉਹਨੇ ਨਹੀਂ ਪਾਇਆ। ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਇਹ ਪ੍ਰਮਾਣ ਭਾਵੇਂ 10ਵੇਂ ਜਾਮੇ ਚ ਉਚਾਰਨ ਕੀਤੇ, 5ਵੇਂ ਚ ਕੀਤੇ, ਸਿਧਾਂਤ ਉਹੀ ਹੈ। ਉਹਦੇ ਗੁਣਾਂ ਨੂੰ ਸਿੱਧੋ ਨਹੀਂ ਕੋਈ ਗਾ ਸਕਦਾ।
ਉਹ ਪਰਮੇਸ਼ਰ। ਦੂਸਰੀ ਬਾਤ, ਉਹਦੀਆਂ ਜਿਹੜੀਆਂ ਚਾਰ ਕੀ ਸੁੰਦਰ, ਚਾਰ ਦਾ ਅਰਥ ਹੁੰਦਾ ਸੁੰਦਰ, ਵਡਿਆਈ, ਵਡਿਆਈਆਂ, ਸੋਭਾ, ਉਸਤਤ, ਉਹ ਵੀ ਕੌਣ ਕਰ ਸਕਦਾ? ਕੋਈ ਨਹੀਂ ਕਰ ਸਕਦਾ। ਇਸ ਤੋਂ ਹੁਣ ਧਿਆਨ ਰੱਖਣਾ, ਅਰਥ ਦੇ ਵਿੱਚ ਮੈਂ ਪਾਠ ਦਾ ਉਚਾਰਨ ਥੋੜਾ ਜਿਹਾ, ਕਿਉਂਕਿ ਉਹ ਅਰਥ ਉਕਣ ਉਚਾਰਨ ਕਰਕੇ ਹੀ ਨਿਕਲ ਸਕਦਾ। ਦੂਜਾ ਅਰਥ ਹੈ ਵਡਿਆਈ, ਆਚਾਰ, ਆੜਾ ਕੰਨੇ ਸਮੇਤ ਚੱਚੇ ਨਾਲ ਲਾਤਾ ਆਚਾਰ ਬਣ ਗਿਆ। ਪਾਠ ਨਹੀਂ ਅਕਣ ਕਰਨਾ, ਅਰਥ ਕਰਨਾ ਇਸ ਤਰ੍ਹਾਂ, ਕਿਉਂਕਿ ਇਹਦੇ ਨਾਲ ਆਚਾਰ ਦਾ ਅਰਥ ਬਣੂਗਾ ਕਰਤੱਵ। ਵਡਿਆਈ ਅਤੇ ਉਸ ਦੇ ਕਰਤੱਵ ਕੌਣ ਹੈ ਜਿਹੜਾ ਗਾ ਸਕਦਾ ਹੈ? ਨਹੀਂ ਕੋਈ ਗਾ ਸਕਦਾ ਹੈ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਹੇ ਸਿੱਧੋ ਉਸ ਵਾਹਿਗੁਰੂ ਦੀ, ਕਿਉਂਕਿ ਸਿੱਧਾ ਨੇ ਕਿਹਾ ਪਰਮੇਸ਼ਰ ਦੀ ਵਿਦਿਆ ਬਾਰੇ ਦੱਸੋ। ਫਿਰ ਤੁਸੀਂ ਵਿਦਿਆ ਬਾਰੇ ਜਿਹੜੇ ਵਿਦਵਾਨ ਕੀ ਉਹ ਵੀ ਨਹੀਂ ਜਾਣਦੇ ਪਰਮੇਸ਼ਰ ਦੇ ਗੁਣ, ਉਹਦੀਆਂ ਵਡਿਆਈਆਂ? ਵਿਦਿਆ ਜਿਹੜੀ ਹੈ, ਵਿਦਿਆ ਬਾਰੇ ਦੱਸੋ ਵੀ ਤੁਹਾਡਾ ਕੀ ਖਿਆਲ ਹੈ? ਮਰ ਕੇ ਸਿੱਧੋ ਵਾਹਿਗੁਰੂ ਦੀ ਜਿਹੜੀ ਵਿਦਿਆ, ਯਾਨੀ ਜਾਣਨ ਵਾਸਤੇ ਜਿਹੜੀ ਬ੍ਰਹਮ ਵਿਦਿਆ ਹੈ ਜਾਂ ਹੋਰ ਵਿਦਿਆ ਹੈ, ਤੇ ਉਹਦਾ ਵੀ ਕਥਨ ਕਰਨਾ ਔਖਾ। ਜਿਹੜੇ ਵਾਹਿਗੁਰੂ ਦੀ ਵਿਦਿਆ ਕੋਈ ਨਹੀਂ ਕਰ ਸਕਦਾ। ਉਸ ਦੀ ਵਿਦਿਆ ਦਾ ਵਿਚਾਰ ਕਰਨਾ ਬਿਖਮ ਕੀ ਹੈ? ਕਠਿਨ ਹੈ। ਬਿਖਮ ਦਾ ਅਰਥ ਹੈ ਕਠਿਨ, ਔਖਾ ਹੈ। ਇਸੇ ਗੱਲ ਨੂੰ ਥੋੜਾ ਜਿਹਾ ਦ੍ਰਿਸ਼ਟਾਂਤ ਨਾਲ ਸਮਝ ਲਈਏ। ਇੱਕ ਵਿਦਵਾਨ ਨੇ ਆਪਣੀ ਵਿਦਿਆ ਵਿੱਚ ਵਾਧਾ ਕਰਨ ਵਾਸਤੇ ਚਿੰਤਨ ਕੀਤਾ, ਪਰਮਾਤਮਾ ਦਾ ਚਿੰਤਨ ਕੀਤਾ, ਜਾਂ ਕਿਸੇ ਦੇਵਤੇ ਦਾ, ਜਿਹੜੇ ਵਰ ਸਰਾਪ ਤਾਂ ਦੇ ਹੀ ਦਿੰਦੇ ਦੇਵਤੇ ਵੀ। ਤਪੱਸਿਆ ਘਾਲਣਾ ਪੂਰੀ ਹੋਈ, ਕਿਹਾ 10 ਵੀ ਮੰਗ। ਕਹਿੰਦਾ ਜੀ ਮੈਨੂੰ ਇਹ ਵਰ ਦਿਓ ਕਿ ਮਨੁੱਖ ਦਾ ਮੱਥਾ ਦੇਖ ਕੇ ਉਹਦੇ ਜੀਵਨ ਦਾ ਸਾਰਾ ਮੈਂ ਪੜ੍ਹ ਲਾਂ ਵੀ ਇਹਦੇ ਕਰਮਾਂ 'ਚ ਕੀ ਕੀ ਲਿਖਿਆ ਹੋ। ਉਹ ਕਹਿੰਦੇ ਵੀ ਇਹ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ, ਮੁਕਤ ਮੰਗਣੀ ਸੀ ਪਰ ਮੰਗਿਆ ਇਹ ਉਹਨੇ। ਕਹਿੰਦੇ ਤਥਾਸਤੂ, ਤੇ ਤੂੰ ਜਿਉਂਦੇ ਬੰਦਿਆਂ ਦੇ ਤਾਂ ਮੱਥੇ ਤੇ ਪੜਿਆ ਕਰੇਗਾ, ਪਰ ਜੇ ਕੋਈ ਬੰਦਾ ਮਰੇ ਦੀ ਖੋਪਰੀ ਵੀ ਮਿਲ ਜਾਵੇ ਤੂੰ ਉਹਦੇ ਅੱਖਰ ਪੜ੍ਹ ਕੇ ਵੀ, ਜਿਹਦੀ ਖੋਪਰੀ ਹੈ ਉਹਦੇ ਸਾਰੇ ਜੀਵਨ ਨੂੰ ਪੜ੍ਹ ਲਿਆ ਕਰੇਗਾ ਵੀ ਕਿਹੋ ਜਿਹਾ ਕੀ ਕਰ ਗਿਆ ਸੀ। ਤੇ ਇੱਕ ਦਿਨ ਪੰਡਤ ਹੋ ਚਸਕਾ ਪੈ ਗਿਆ, ਇਹਦੇ ਕਰਮਾਂ 'ਚ ਕੀ ਲਿਖਿਆ? ਲੋਕਾਂ 'ਚ ਮੰਨਦਾ ਬਹੁਤ ਹੋ ਗਈ। ਆਖੇ ਜੀ ਪਹਿਲਾਂ ਹੀ ਦੱਸ ਦਿੰਦਾ ਸਾਰਾ ਆਹ ਹੋਊਗਾ ਤੇਰੇ ਨਾਲ ਇਸ ਤਰ੍ਹਾਂ। ਤੇ ਫਿਰ ਉਹ ਜਾਂਦੇ ਜਾਂਦੇ ਅਚਾਨਕ, ਕਈ ਵਾਰੀ ਬੰਦਾ ਉਹ ਮੂਹਰੇ ਦੇਖਦਾ ਹੋਵੇ ਨਾ, ਪੈਰਾਂ ਦੇ ਵੱਲ ਨਹੀਂ ਦੇਖਦਾ, ਠੋਕਰ ਵੱਜ ਜਾਂਦੀ ਹੈ, ਉਹਦੇ ਪੈਰ ਨੂੰ ਠੇਡਾ ਵੱਜਿਆ। ਉਹ ਇਕਲਕ ਤੇ ਹੇਠਾਂ ਦੇਖਿਆ, ਐਡੀ ਸਾਰੀ ਬੰਦੇ ਦੀ ਖੋਪਰੀ ਉਹਨੂੰ ਠੇਡਾ ਲੱਗ ਗਿਆ, ਰੁਕ ਗਿਆ। ਮਨਾ ਇਹ ਮਨੁੱਖ ਵੀ ਕਦੇ ਮੇਰੇ ਤਰ੍ਹਾਂ ਜਿਉਂਦਾ ਜਾਗਦਾ ਸੀ, ਖੋਪਰੀ ਰੁੜ ਰਹੀ ਹੈ। ਤੂੰ ਕਾਇਆ ਮੈਂ ਰੁੜਦੀ ਦੇਖੀ, ਜਿਉਂ ਤਾਰੇ ਉਪਰ ਸ਼ਾਰੋ। ਪਤਾ ਨਹੀਂ ਕਿਹੜੀ ਕਾਇਆ ਦਾ ਕੀ ਬਣਨਾ ਹੈ। ਤੇ ਉਸ ਵੇਲੇ ਫਿਰ ਖੋਪਰੀ ਚੁੱਕ ਲਈ। ਫਿਰ ਵੀ ਮਨੁੱਖ ਦੀ ਸੀ, ਉਹਦੇ ਅੱਖਰ ਪੜਨ ਲੱਗਿਆ। ਆਪਣੀ ਅੰਤਰਜਾਮ ਕੀ ਜਣਿਆ ਕਿ ਇਹ ਮਨੁੱਖ 100 ਸਾਲ ਜਿਉਂਦਾ ਰਹੇਗਾ। 100 ਸਾਲ ਦੇ ਵਿੱਚ ਕੋਈ ਚੰਗੇ ਕਰਮ ਨਹੀਂ ਇਹਨੇ ਕਰਨੇ। ਅੰਤ ਨੂੰ ਇਹ ਰੁੜ ਕੇ ਮਰੇਗਾ। ਇਹਦਾ ਕੋਈ ਸੰਸਾਰ ਦੇ ਅੰਦਰ ਸੰਸਕਾਰ ਕਰਨ ਵਾਲਾ ਵੀ ਨਹੀਂ ਮਿਲੇਗਾ, ਜਲ ਪ੍ਰਵਾਹ ਨਹੀਂ ਕਰੇਗਾ। ਇਹਦੇ ਅੰਗ ਪ੍ਰਤੰਗ ਖਿਲਰ ਜਾਣਗੇ, ਇਹਦੀ ਖੋਪਰੀ ਨੂੰ ਲੋਕੀ ਠੇਡੇ ਮਾਰਨਗੇ। ਇੱਕ ਦਿਨ ਐਸਾ ਆਏਗਾ, ਇੱਕ ਵਿਦਵਾਨ ਦੇ ਪੈਰ ਦਾ ਠੋਕਰ ਲੱਗੇਗਾ। ਉਹਨੇ ਕਿਹਾ ਉਹ ਤਾਂ ਮੇਰਾ ਵੀ ਨਾਲ ਨਾਲ ਲਿਖਿਆ ਹੋਇਆ ਸੀ। ਇਹ ਖੋਪਰੀ ਉਹ ਵਿਦਵਾਨ ਦੇ ਪੈਰ ਦੀ ਠੋਕਰ ਲੱਗਣ ਤੋਂ ਬਾਅਦ ਫਿਰ ਨਹੀਂ ਪਤਾ ਇਹਦਾ ਹੋਰ ਕੀ ਹੋਏਗਾ, ਨਾਲ ਇਹ ਅੱਖਰ ਲਿਖੇ ਹੋਏ। ਉਹਨੇ ਲਿਜਾ ਕੇ ਕਹਿੰਦਾ ਇਹ ਫਿਰ ਹੁਣ ਮੈਂ ਦੇਖੂੰ ਵੀ ਹੋਰ ਕੀ ਹੋਊਗਾ। ਹੁਣ ਤੱਕ ਤਾਂ ਵਿਦਿਆ ਦੁਆਰਾ ਜਾਣਿਆ। ਉਹਨੇ ਲਿਜਾ ਕੇ ਲਪੇਟੀ ਸੰਦੂਕ ਦੇ ਵਿੱਚ ਰੱਖ ਦਿੱਤੀ।
ਉਹ ਗਿਆ ਬਾਹਰ ਤੇ ਬ੍ਰਾਹਮਣੀ ਬੜੀ ਕ੍ਰੋਧਵਾਨ ਸੀ ਪੰਡਤਾਣੀ। ਉਹ ਸੰਦੂਕ ਚੋਂ ਕੋਈ ਵਸਤਰ ਕੱਢਣ ਲੱਗੀ, ਹੇ ਦੇਖਿਆ ਤਾਂ ਉਹਦੇ 'ਚ ਖੋਪਰੀ ਦਾ ਕ੍ਰੋਧ ਆ ਗਿਆ ਬਹੁਤ। ਤੇ ਜਿਸ ਵੇਲੇ ਆਇਆ ਪੰਡਤ ਤੇ ਪਰੰਦਾਲੀ ਬੋਲੇ ਨਾ ਗੁੱਸੇ ਦੇ ਵਿੱਚ, ਉਹਨੇ ਸੰਦੂਕ ਖੋਲ ਕੇ ਜਦੋਂ ਦੇਖਿਆ ਉਹ ਖੋਪਰੀ ਉੱਥੇ ਹੈ ਨਾ। ਉਹ ਘਰ ਵਾਲੇ ਨੂੰ ਕਹਿੰਦੀ ਕੀ ਦੇਖਦਾ? ਕਹਿੰਦਾ ਮੇਰਾ ਇੱਥੇ ਕੋਈ ਸਮਾਨ ਰੱਖਿਆ ਸੀ। ਕਹਿੰਦੀ ਆਹੋ ਰੱਖਿਆ ਸੀ ਸਮਾਨ, ਬੰਦੇ ਦੀ ਮਰੀ ਹੋਈ ਖੋਪਰੀ ਲਿਆ ਕੇ ਮੈਨੂੰ ਮਾਰਨ ਵਾਸਤੇ ਟੂਣਾ ਕਰਿਆ ਸੀ ਤਾਂ। ਉਹ ਇੱਕੋ ਸਾਹ ਚ ਕਈ ਉਹ ਕਹਿੰਦਾ ਗੱਲ ਸੁਣ ਤੂੰ ਭਲੀ ਮਾਨਸੇ, ਗੱਲ ਇਹ ਨਹੀਂ ਹੈ, ਟੂਣੇ ਦੀ ਗੱਲ ਨਹੀਂ ਹੈ। ਤੂੰ ਮੈਨੂੰ ਖੋਪਰੀ ਦੱਸ, ਮੇਰੇ ਤੇ ਜੀਵਨ ਦਾ ਇੱਕ ਅਹਿਮ ਅੰਗ ਇਹਦੇ ਨਾਲ ਰੁੜਿਆ ਹੋਇਆ, ਕਿੱਥੇ ਹੈ? ਕਹਿੰਦੀ ਮੈਂ ਕੱਢ ਕੇ ਸੰਦੂਕ ਚੋਂ ਉਖਲੀ ਚ ਪਾ ਕੇ ਮੂਹਲਿਆਂ ਨਾਲ ਕੁੱਟ-ਕੁੱਟ ਕੇ ਚੂਰਾ ਕਰਕੇ ਕਹਿੰਦੀ ਟੁੱਬੇ ਚ ਸਿੱਟ ਕੇ ਆਈਆਂ ਤੇਰੇ ਟੂਣੇ ਨੂੰ। ਪੰਡਤ ਖੜਾ ਹੀ ਰੋਣ ਲੱਗ ਗਿਆ, ਕਹਿੰਦਾ ਵਿਧਾਤਾ ਵਿਦਿਆ ਦੁਆਰਾ ਤੇਰੀ ਵਿਦਿਆ ਨੂੰ ਨਹੀਂ ਕੋਈ ਜਾਣ ਸਕਦਾ, ਇਹ ਬਿਖਮ ਕਠਨ ਹੈ ਜਾਣਨੀ, ਕਿਉਂਕਿ ਤੂੰ ਲਿਖ ਦਿੱਤਾ ਸੀ ਵੀ ਇਹ ਨਹੀਂ ਪਤਾ ਕੀ ਬਣੇਗਾ। ਇਹ ਖੋਪਰੀ ਦਾ ਹਾਂ ਨਹੀਂ ਸੀ ਪਤਾ ਕਿ ਬਾਅਦ ਦੇ ਵਿੱਚ ਆਹ ਵੀ ਕੁਝ ਬਣਨਾ, ਮੂਹਲਿਆਂ ਦੇ ਨਾਲ ਕੁੱਟੀ ਵੀ ਜਾਣੀ ਹੈ। ਇਸ ਕਰਕੇ ਉਸ ਪਰਮੇਸ਼ਰ ਦੀ ਵਿਦਿਆ ਜਿਹੜੀ ਹੈ ਉਹਨੂੰ ਜਾਣਨਾ ਬੜਾ ਕਠਨ ਹੈ, ਬਿਖਮ ਹੈ, ਬਿਖਮ ਹੈ ਉਸ ਦੀ ਵਿਚਾਰ ਸਿੱਧੋ। ਇਸ ਕਰਕੇ ਇਹ ਨਹੀਂ ਕੋਈ ਜਾਣ ਸਕਦਾ ਹੈ। ਗਾਵੇ ਕੋ ਸਾਜ ਕਰੇ ਤਨ ਖੇਹ, ਉਸ ਵਾਹਿਗੁਰੂ ਦੀ ਤਾਕਤ ਨੂੰ ਕੋ ਕਿਹੜਾ ਹੈ ਜਿਹੜਾ ਗਾ ਸਕਦਾ ਹੈ? 84 ਲੱਖ ਜੂਨਾਂ ਨੂੰ ਸਾਜ ਕਰਕੇ ਰਚ ਕੇ ਤਨ ਸਰੀਰ ਨੂੰ ਖਿਨ ਮਾਤਰ ਖੇ ਕੀ ਸੁਆਹ ਕਰਕੇ ਰੱਖ ਦਿੰਦਾ ਹੈ। ਜਾਂ ਮਾਤਾ ਦੇ ਗਰਭ ਵਿੱਚ ਤਨ ਦੇਹਾਂ ਤੇ ਉਹਨਾਂ ਦੇ ਅੰਗ ਪ੍ਰਤੰਗ ਸਵਾਰ ਕੇ ਸਾਜਨਾ ਸਾਜਣਾ ਸਿਰਜਣਾ ਪੈਦਾ ਕਰਨਾ ਫਿਰ ਸਵਾਰਨਾ, ਇਹ ਤਨ ਸਰੀਰ ਨੂੰ ਬਣਾ ਕੇ ਉਮਰ ਪੂਰੀ ਹੋਣ ਤੋਂ ਫਿਰ ਖੇਹ ਕਈਏ ਮਿੱਟੀ ਬਣਾ ਦਿੰਦਾ ਹੈ, ਇਸਦੀ ਨਾਸ ਕਰ ਦਿੰਦਾ ਹੈ। ਇਸ ਪ੍ਰਕਾਰ ਉਹ ਅਚਰਜ ਵਾਹਿਗੁਰੂ ਦੇ ਵੱਲ ਨੂੰ ਦੱਸੋ ਕਿ ਇਸ ਤੋਂ ਕਿਵੇਂ ਗਾ ਸਕਦਾ? ਗਣੇਂਦਿਆਂ ਛੇ ਮਾਂ ਟੁੱਟੰਦਿਆਂ ਇੱਕ ਖਿਨੋ, ਇੱਕ ਛਿਨ ਵਿੱਚ ਨਾਸ ਕਰੋ। ਇੱਥੇ ਤੱਕ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੰਗ ਸਮਾਪਤ ਹੋ ਜਾਂਦਾ ਹੈ। ਹੁਣ ਦੂਸਰੇ ਅੰਗ ਦੇ ਉੱਤੇ ਇਹ ਤੁਕ ਆ ਗਈ ਹੈ। ਕਈਆਂ ਪੋਥੀਆਂ ਦੇ ਵਿੱਚ ਫਰਕ ਹੋ ਸਕਦਾ ਹੈ, ਪਰ ਕਈਆਂ ਪੋਥੀਆਂ ਦੇ ਵਿੱਚ ਐਸੇ ਆਊਗਾ ਪੁਰਾਣਾ ਪਾਠ, ਪੁਰਾਣੇ ਅੰਗ, ਉਹਦੀ ਗਿਣਤੀ। ਪ੍ਰੈਸ ਦੇ ਵਿੱਚ ਥੋੜੇ ਜਿਹੇ ਅੰਗਾਂ ਦਾ ਥੋੜਾ ਬਹੁਤ ਅੰਤਰ ਆਈ ਜਾਂਦਾ ਹੈ। ਹੁਣ ਦੂਸਰੇ ਅੰਗ ਤੇ ਇਸ ਪੌੜੀ ਦੇ ਵਿੱਚ ਹੀ ਅੰਗ ਪਰਤ ਗਿਆ ਹੈ। ਤੇ ਅੱਗੇ ਹੁਣ ਫਿਰ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ ਜੀ, ਗਾਵੇ ਕੋ ਜੀ ਲੈ ਫਿਰ ਦੇਹ, ਉਹ ਬ੍ਰਹਮਨ ਦੀ ਚੇਤਨ ਸੱਤਾ ਦੇ ਆਸਰੇ ਤਿੰਨ ਸਰੀਰ ਜੀਵ ਆਤਮਾ ਚੁੱਕੀ ਫਿਰਦਾ ਹੈ। ਚੇਤਨ ਦੀ ਸੱਤਾ ਕਰਕੇ ਆਪਣੇ ਸਰੀਰ ਦਾ ਭਾਰ ਮਹਿਸੂਸ ਨਹੀਂ ਹੁੰਦਾ, ਹਵਾ ਦੀ ਨਹੀਂ ਚੁੱਕੀ ਫਿਰਦਾ। ਜੀਵ ਆਤਮਾ ਸਰੀਰ ਵਿੱਚੋਂ ਨਿਕਲ ਕੇ ਚਲਿਆ ਜਾਂਦਾ ਹੈ ਤਾਂ ਕੁਝ ਪਤਾ ਹੀ ਨਹੀਂ ਚੱਲਦਾ ਕਿੱਥੇ ਗਿਆ, ਕਿੱਥੋਂ ਆਇਆ, ਕਹਿ ਗਿਆ। ਉਹ ਪਰਮੇਸ਼ਰ ਜੀ ਕਹੀਏ ਜੀਵਾਂ ਨੂੰ ਪ੍ਰਲਬਧ ਦੇ ਅਨੁਸਾਰ ਸਰੀਰ ਦਿੰਦਾ। ਜਦੋਂ ਪ੍ਰਲਬਧ ਸਮਾਪਤ ਹੋ ਜਾਂਦੀ ਹੈ ਤੇ ਜਦੋਂ ਪ੍ਰਲਬਧ ਸਮਾਪਤ ਹੋ ਗਈ ਤਾਂ ਫਿਰ ਸਰੀਰ ਵਾਪਸ ਲੈ ਲਿਆ ਅਤੇ ਬਾਅਦ ਦੇ ਵਿੱਚ ਫਿਰ ਸਰੀਰ ਨੂੰ ਫਿਰ ਬਾਅਦ ਦੇ ਵਿੱਚ ਦੇ ਦਿੰਦਾ, ਅਗਲੀ ਜੂਨ ਦਿੰਦਾ, ਅਗਲਾ ਸਰੀਰ ਦਿੰਦਾ। ਤੇ ਇਸ ਕਰਕੇ ਉਹ ਵਾਹਿਗੁਰੂ ਨੂੰ ਕੌਣ ਹੈ ਜਿਹੜਾ ਗਾ ਸਕਦਾ ਹੈ? ਨਹੀਂ ਗਾ ਸਕਦਾ। ਗਾਵੇ ਕੋ ਜਪੈ ਜਿਸੈ ਦੂਰ, ਜਿਹੜਾ ਪਰਮੇਸ਼ਰ ਬੁੱਧੀ ਕਰਕੇ ਜਾਪੇ ਜਾਣਨ ਤੋਂ ਰਹਿਤ ਹੈ, ਬੁੱਧੀ ਦਾ ਵਿਸ਼ੇ ਹੀ ਨਹੀਂ ਹੈ। ਇਹਨਾਂ ਸਥੂਲ ਅੱਖਾਂ ਦੇ ਨਾਲ ਦਿਸੈ ਦਿਖਣ ਤੋਂ ਦੂਰ ਹੈ। ਉਹ ਬ੍ਰਹਮ ਦੀ ਚੇਤਨ ਸਤਾ, ਉਹਦੇ ਕਾਰਨ ਹੀ ਅਸੀਂ ਸਥੂਲ ਅੱਖਾਂ ਦੇ ਨਾਲ ਦੂਰ ਤੱਕ ਦੇਖ ਸਕਦੇ ਹਾਂ ਤੇ ਬੁੱਧੀ ਨਾਲ ਸ੍ਰੇਸ਼ਟ ਵਿਚਾਰਤਾ ਕੀਤੀ ਜਾ ਸਕਦੀ ਹੈ। ਪਰ ਉਹਦੀ ਤਾਕਤ ਨੂੰ ਕੌਣ ਹੈ ਜਿਹੜਾ ਗਾ ਸਕੇ? ਭਾਵ ਨਹੀਂ ਗਾ ਸਕਦਾ ਹੈ। ਗਾਵੇ ਕੋ ਵੇਖੈ ਹਾਦਰਾ ਹਦੂਰ, ਉਸ ਵਾਹਿਗੁਰੂ ਦੇ ਬਲ ਨੂੰ ਕੌਣ ਗਾ ਸਕਦਾ ਹੈ? ਸਾਰਿਆਂ ਦੇ ਹਾਦਰਾ ਕਹੀਏ ਨੇੜੇ ਤੋਂ ਵੀ ਨੇੜੇ, ਹਦੂਰ ਸਾਹਮਣੇ ਦ੍ਰਿਸ਼ਟਾ ਰੂਪ ਹੋ ਕਰਕੇ ਸਭਨਾਂ ਦੇ ਤਾਂ ਹੀ ਵੇਖ ਰਿਹਾ ਹੈ। ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ, ਸਭ ਕੁਝ ਸੁਣਦਾ ਵੇਖਦਾ ਕਿਉਂ ਮੁਕਰ ਪਾਇਆ ਜਾਏ। ਗੁਰਬਾਣੀ 'ਚ ਹੋਰ ਵੀ ਇਸ ਤਰ੍ਹਾਂ ਦੇ ਪ੍ਰਮਾਣ ਆਉਂਦੇ ਆ। ਤੇ ਹੁਣ ਸਿੱਧਾ ਨੇ ਪ੍ਰਸ਼ਨ ਕੀਤਾ, ਐਸੇ ਬਲੀ ਦੀ ਫਿਰ ਕਥਾ
ਦੱਸੋ ਵੀ ਕਥਾ ਕਿੰਨੀ ਕਹੇ। ਹੁਕਮ ਨਹੀਂ ਕਿਹਾ ਜਾ ਸਕਦਾ, ਬਲ ਨਹੀਂ ਕਿਹਾ ਜਾ ਸਕਦਾ, ਵਡਿਆਈਆਂ ਨਹੀਂ ਕਹੀਆਂ ਜਾ ਸਕਦੀਆਂ, ਤਾਂ ਫਿਰ ਕਥਾ ਹੀ ਦੱਸ ਦਿਓ ਵੀ। ਤਾਂ ਮਹਾਰਾਜ ਸਾਹਿਬ ਨੇ ਉੱਤਰ ਦਿੱਤਾ ਹੈ, ਕਥਨਾ ਕਥੀ ਨ ਆਵੇ ਟੋਟ। ਉਸ ਵਾਹਿਗੁਰੂ ਦੀ ਕਥਨਾ ਕਹੀਏ, ਕਥਾ ਨੂੰ ਕਥਨ ਕਰਦਿਆਂ ਟੋਟ ਘਾਟਾ ਨਹੀਂ ਆ ਸਕਦਾ, ਯਾਨੀ ਕਥਾ ਦਾ ਅੰਤ ਨਹੀਂ ਪੈ ਸਕਦਾ। ਵਿਆਖਿਆ ਘਟਦੀ ਨਹੀਂ, ਵੱਧਦੀ ਜਾਂਦੀ ਹੈ, ਉਹਦੇ ਗੁਣ ਵੱਧਦੇ ਜਾਂਦੇ ਨੇ। ਤੇ ਇਸ ਕਰਕੇ ਕਥਾ ਕਰਦਿਆਂ ਤੇ ਅੰਤ ਨਹੀਂ ਆਉਂਦਾ ਹੈ, ਉਹ ਬੇਅੰਤ ਹੈ। ਇਹ ਬਲਕਿ ਤਾਂ ਕਥਨੀ ਦੇ ਨਾਲ ਉਹਨੂੰ ਕੀ ਕਥੇਗਾ, ਅਕਥੇ ਕਾ ਕਿਆ ਕਥੀਏ ਭਾਈ। ਪ੍ਰਭ ਕੀ ਅਕਥ ਕਹਾਣੀ ਕਥੀ ਨਹੀਂ ਜਾ ਸਕਦੀ ਹੈ। ਕਥ ਕਥ ਕਥੀ ਕੋਟੀ ਕੋਟ ਕੋਟ। ਸਿੱਧਾ ਨੇ ਕਿਹਾ ਫਿਰ ਜੇ ਜਿਹੜੇ ਕੋਈ ਵੱਡੇ ਨੇ ਜੇ ਉਹ ਕਥਨ ਕਰਨ ਤਾਂ ਫੇਰ ਤਾਂ ਉਹ ਕਥਾ ਕਰਕੇ ਉਹਦੇ ਗੁਣਾਂ ਨੂੰ ਘਾਟੇ 'ਚ ਲਿਆ ਹੀ ਸਕਦੇ ਨੇ ਵੀ ਹਾਂ ਇਹਦਾ ਅੰਤ ਪਾ ਲਿਆ। ਵੱਡੇ ਵੱਡੇ ਬੈਠੇ ਨੇ, ਬਰਮਾ ਵਿਸ਼ਨੂੰ ਸ਼ਿਵ ਜੀ ਹੈ, ਵੀ ਤੁਸੀਂ ਐ ਸਾਰਿਆਂ ਨੂੰ ਨਾ ਕਹੀ ਜਾਓ ਵੀ ਸਾਰੇ ਇੱਕ ਸਾਰੇ। ਤਾਂ ਮਹਾਰਾਜ ਸਾਹਿਬ ਜੀ ਨੇ ਫਿਰ ਇਹ 3 ਸ਼ਬਦ ਕਥਾ ਤੇ ਵਰਤੇ ਤੇ 3 ਸ਼ਬਦ ਕੋਟੀ ਕੋਟ ਕੋਟ। ਇਹ ਕਰੋੜਾਂ ਕਰੋੜਾਂ ਤੇ 3 ਉਹ ਵੰਡ ਤੇ 3 ਕਥਨੀ ਤੇ ਇਹ ਵੀ ਘੁੰਮੀ ਹੈ। ਇਹਦੇ ਅਰਥ ਇਸ ਤਰ੍ਹਾਂ ਚੱਲਣਗੇ। ਕੋਟੀ ਤੋਂ ਸ਼ੁਰੂ ਹੋਏਗਾ ਅਰਥ, ਕੋਟੀ ਕਰੋੜਾਂ ਵਿਸ਼ਨੂੰ, ਕੋਟ ਕਰੋੜਾਂ ਬ੍ਰਹਮਾ, ਕੋਟ ਕਰੋੜਾਂ ਸ਼ਿਵ ਜੀਆਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ। ਹੁਣ 3 ਵਾਰੀ ਜਿਹੜੀ ਕਥ ਹੋ ਜਾਏ, ਕਥ ਕਥਾ ਦੇ ਤਾਂ ਹੀ ਕਥ ਕਥਨ ਕਰਨ ਵਾਲੇ ਹੋ ਕੇ ਕਥੀ ਕਥਨ ਕਰਨਾ ਕੀਤੀ, ਪਰ 3 ਦੇਵਤਿਆਂ ਕੋਲੋਂ ਉਸ ਵਾਹਿਗੁਰੂ ਦੀ ਕਥਾ ਦਾ ਅੰਤ ਨਹੀਂ ਪਾਇਆ ਜਾ ਸਕਿਆ ਹੈ। ਜਾਂ ਫਿਰ ਇਹ ਕਹੋ ਵੀ ਕਥ ਕਥਨ ਭਾਵ ਵਿਆਖਿਆ ਕਰਨ ਵਾਲੇ ਵਿਆਖਿਆਕਾਰੀਆਂ ਨੇ, ਤੇ ਕਥ ਕਥਾ ਦੇ ਤਾਈਂ ਕੋਟ ਕਰੋੜਾਂ ਹੀ ਕਥਾਵਾਚਕਾਂ ਨੇ ਕੋਟ ਕਰੋੜਾਂ ਹੀ ਕੋਟੀ ਜੁਗਤੀਆਂ ਦੇ ਨਾਲ ਕਥੀ ਵਿਆਖਿਆ ਕੀਤੀ। ਫਿਰ ਵੀ ਪਰਮੇਸ਼ਰ ਦੀ ਕਥਨੀ ਦਾ ਤੋਟ ਗਏ ਤੋਟਾ ਅੰਤ ਨਹੀਂ ਆਇਆ ਹੈ। ਉਹ ਸੰਪੂਰਨ ਰੂਪ ਦੇ ਵਿੱਚ ਕਥਾ ਨਹੀਂ ਕਰ ਸਕੇ ਹਨ। ਦੇਦਾ ਦੇ ਲੈਦੇ ਥੱਕ ਪਾਹੇ। ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਵੀ ਐਵੇਂ ਨਾ ਕੋਈ ਥੋੜੀ ਜਿਹੀ ਕਥਾਵਾਚਕ ਬਣ ਕੇ ਕਹੇ ਵੀ ਮੈਂ ਬਹੁਤ ਕਥਾ ਕਰਨ ਲੱਗਿਆ। ਕਹਿੰਦੇ ਆਪ ਕਥਾ ਆਪ ਸੁਣਨੇ ਹਾਰ, ਉਹ ਵਾਹਿਗੁਰੂ ਦੀ। ਤਾਂ ਫਿਰ ਕਹਿੰਦੇ ਸਿੱਧੋ ਪਰਮੇਸ਼ਰ ਨੇ ਸਾਰੇ ਜੀਵਾਂ ਦੇ ਤਾਈਂ ਰਿਜ਼ਕ ਦੀ ਦਾਤ ਉਹ ਦੇਣਾ ਕਰਦਾ ਹੈ, ਦੇ ਰਿਹਾ ਸਾਨੂੰ ਦੇਂਦਾ ਦੇ। ਤੇ ਪਰ ਦਾਤ ਲੈਣ ਵਾਲੇ ਜਿਹੜੇ ਜੀਵਨ ਉਹ ਥੱਕ ਪਾਹੇ, ਥੱਕ ਨਾਮ ਹੈ ਹਾਰ ਜਾਣਾ, ਉਹ ਡਿੱਗ ਪਾਹੇ ਪੈਂਦੇ ਨੇ, ਭਾਵ ਕਿ ਸਰੀਰ ਸਮਾਪਤ ਹੋ ਜਾਂਦੇ ਨੇ, ਮਿਰਤੂ ਨੂੰ ਪ੍ਰਾਪਤ ਹੋ ਜਾਂਦੇ ਨੇ। ਰੱਬ ਦੀਆਂ ਦਾਤਾਂ ਨਹੀਂ ਮੁੱਕਦੀਆਂ, ਦਾਤਾਂ ਉਹਦਾ ਜੀਵਨ ਮੁੱਕ ਗਿਆ ਲੇਕਿਨ ਦਾਤਾਂ ਅਜੇ ਵੀ ਹੈਗੀਆਂ ਸਾਰੀਆਂ। ਕਿ ਅੰਨ ਪਾਣੀ ਮੁੱਕ ਗਿਆ, ਸਾਰਾ ਕੁਝ ਹੀ ਪਿਆ, ਸਾਰੇ ਪਦਾਰਥ ਪਏ ਨੇ, ਉਹਦੀ ਜ਼ਿੰਦਗੀ ਮੁੱਕੀ ਹੈ, ਦਾਤਾਂ ਥੋੜੀ ਮੁੱਕੀਆਂ। ਬਾਰਕ ਵਾਂਗੀ ਹੋਂ ਸਭ ਕੁਛ ਮੰਗਾਂ, ਦੇ ਦੇ ਤੋਟ ਨਾਹੀਂ ਪ੍ਰਭ ਰੰਗਾ। ਸਰਬੇ ਜਾਚਕ ਤੂੰ ਪ੍ਰਭ ਦਾਤਾ, ਦਾਤ ਕਰੇ ਆਪਣੇ ਵਿਚਾਰ। ਕੋਟ 33 ਜਾਚੈ ਪ੍ਰਭ ਨਾਇਕ, ਦੇਂਦੇ ਤੋਟ ਨਾਹੀਂ ਭੰਡਾਰ। ਭੰਡਾਰੇ ਭਰੇ ਪਏ, ਮੁੱਕਦੇ ਨਹੀਂ ਹਨ। ਜੁਗਾ ਜੁਗੰਤਰ ਕਾਹੀ ਕਾਹੇ। ਯੁੱਗਾਂ ਦੇ ਅੰਦਰ ਹੋਰ ਯੁੱਗ, ਜਾਣੀ ਇੱਕ ਯੁੱਗ ਦੇ ਵਿੱਚ ਜਿਵੇਂ ਸਤਯੁਗ ਕੱਲਾ ਹੋ ਗਿਆ, ਤ੍ਰੇਤਾ ਦੁਆਪਰ ਕਲਯੁਗ, ਯੁੱਗ ਦੇ ਅੰਦਰ ਹੋਰ ਯੁੱਗ, ਯੁੱਗ ਜਮਾਂਤਰ ਜੁਗੰਤਰ, ਯੁੱਗ ਅੰਤਰ ਹੋਰ ਯੁੱਗ। ਕਹਿੰਦੇ ਜੁਗਾ ਜੁਗੰਤਰ ਸਾਰੇ ਜੀਵ ਪਰਮੇਸ਼ਰ ਦੇ ਦਿੱਤੇ ਹੋਏ ਪਦਾਰਥਾਂ ਨੂੰ ਖਾਹੀ ਖਾਹਸ਼ਵਾਨ ਹੋ ਕੇ ਖਾਹੇ ਖਾਂਦੇ ਹਨ, ਖਾ ਰਹੇ ਹਨ ਜੀ। ਹੁਕਮੇ ਹੁਕਮ ਚਲਾਏ ਰਾਹ। ਹੁਕਮੀ ਹੁਕਮ ਕਰਨ ਵਾਲਾ ਪਰਮੇਸ਼ਰ ਸਾਰੇ ਜੀਵਾਂ ਨੂੰ ਆਪਣੇ ਹੁਕਮ ਦੇ ਰਾਹੋਂ ਕੀ ਰਸਤੇ ਦੇ ਉੱਤੇ ਚਲਾਉਂਦਾ ਹੈ। ਪੁਲਿਸ ਵਾਲੇ ਇਹ ਨਹੀਂ ਦੇਖਦੇ ਵੀ ਜਿਹਦੀਆਂ ਬਾਹਾਂ ਫੜ ਕੇ ਅਸੀਂ ਤੋਰ ਲਿਆ ਥਾਣੇ ਨੂੰ, ਵੀ ਇਹ ਰੋਂਦਾ ਜਾਂਦਾ ਹੈ ਕਿ ਹੱਸਦਾ ਜਾਂਦਾ ਹੈ। ਤੋਰ ਲੈਂਦੇ ਨੇ ਵੀ ਚੱਲ ਥਾਣੇ ਨੂੰ ਜਾਣਾ ਹੀ ਪੈਣਾ।
ਵਾਹਿਗੁਰੂ ਆਪਣੇ ਹੁਕਮ ਦੇ ਵਿੱਚ ਤੋੜਦਾ ਸਾਰਿਆਂ ਨੂੰ, ਚਾਹੇ ਕੋਈ ਹੱਸ ਕੇ ਤੁਰ ਪਵੇ ਚਾਹੇ ਰੋ ਕੇ ਤੁਰ ਪਵੇ, ਜਾਣੀ ਭਾਣਾ ਮੰਨਣਾ ਹੀ ਪਊਗਾ। ਜੋ ਰੋ ਲਵੇ ਤਾਂ ਵੀ ਭਾਣੇ ਦੇ ਹੋਈ, ਉਹ ਵੀ ਜੋ ਕੁਝ ਹੋਣਾ ਸੀ ਉਹਦਾ ਫਿਰ ਵੀ ਹੋ ਗਿਆ। ਇਸ ਕਰਕੇ ਆ ਬਿਮਾਰੀ ਤੇ ਬੜਾ ਡਰੋ ਨਾ, ਧੀਰਜ ਦੇ ਵਿੱਚ ਆ ਸਾਰਿਆਂ ਦ੍ਰਿੜਤਾ ਦੇ ਨਾਲ ਰਹਿਣਾ ਹੈ। ਉਹ ਹੁਕਮ ਦੇ ਵਿੱਚ ਇਹ ਸਭ ਕੁਝ ਹੋ ਰਿਹਾ। ਨਿਆਂ ਦਾ ਪੱਖ ਤਾਂ ਦੇਖੋ, ਸਾਰੀ ਮਨੁੱਖ ਜਾਤੀ ਨੇ ਜੀਵਾਂ ਨੂੰ ਮਾਰਨ ਵਾਸਤੇ ਧਈਆ ਕੀਤਾ ਹੋਇਆ ਹੈ, ਤੇ ਰੱਬ ਨੇ ਜੀਵਾਂ ਨੂੰ ਤਾਕਤ ਦੇ ਦਿੱਤੀ ਵੀ ਤੁਸੀਂ ਮਨੁੱਖਾਂ ਨੂੰ ਮਾਰਨ ਵਾਸਤੇ ਤਗੜੇ ਹੋ ਜਾਓ। ਰੌਲਾ ਤਾਂ ਇਹ ਤਾਂ ਖੇਡ ਹੈ ਵਾਹਿਗੁਰੂ ਦੀ, ਖੇਲ ਅਖੇਲ ਖੇਲਣ ਅੰਤ ਕੋ ਫਿਰ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਜੁਗਾਂ ਜੁਗੰਤਰ ਫਿਰ ਹੁਕਮ ਹੀ ਪਰਮੇਸ਼ਰ ਸਾਰਿਆਂ ਨੂੰ ਹੁਕਮ ਦੇ ਰਾਹ ਵਿੱਚ ਚਲਾਉਂਦਾ ਹੈ। ਨਾਨਕ ਵਿਕਸੈ ਵੇ ਪਰਵਾਹ। ਮਹਾਰਾਜ ਕਹਿੰਦੇ ਸਿੱਧੋ ਬੇਪਰਵਾਹ ਉਹਨੂੰ ਕਹੀਦਾ, ਬੇਮੁਹਤਾਜ। ਬਸੰਦਗੀ ਨਹੀਂ ਜਿਹਨੂੰ ਕਿਸੇ ਦੀ, ਉਹ ਬੇਪਰਵਾਹ ਹੁੰਦਾ ਹੈ। ਉਹ ਸਦਾ ਹੀ ਬੇਪਰਵਾਹ ਹੈ, ਵਿਕਸ ਹੈ, ਖਿੜਿਆ, ਪ੍ਰਸੰਨ ਰਹਿੰਦਾ ਹੈ। ਰੱਬ ਕਦੇ ਉਦਾਸ ਨਹੀਂ ਹੁੰਦਾ। ਹਾਂ ਕਹਿੰਦੇ ਉਸ ਵੇਲੇ ਉਦਾਸ ਹੁੰਦਾ ਜਦੋਂ ਉਹਦੇ ਪਿਆਰਿਆਂ ਨੂੰ ਕੋਈ ਦੁੱਖ ਦੇਵੇ, ਉਸ ਵੇਲੇ ਦੁਖੀ ਵੀ ਹੁੰਦਾ, ਉਦਾਸ ਵੀ ਹੁੰਦਾ। ਮੇਰੇ ਪਿਆਰਿਆਂ ਨੂੰ ਦੁੱਖ ਕਿਉਂ ਦੇ ਰਿਹਾ? ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਤੇ ਉਹ ਗਮਗੀਨ ਨਹੀਂ ਹੁੰਦਾ। ਪਰ ਜਦੋਂ ਜੀਵ ਹੰਗਤਾ ਕਰਦਾ, ਕਹਿੰਦਾ ਮੈਂ ਕੀਤਾ, ਆ ਮੈਂ ਕਰੂੰਗਾ, ਕਹਿੰਦੇ ਰੱਬ ਫਿਰ ਦੇਖ ਕੇ ਬਿਕਸ ਹੈ, ਹੱਸਦਾ ਹੈ, ਕਹਿੰਦਾ ਕਰਦਾ ਮੈਂ ਸਭ ਕੁਛ ਹੈ। ਇਹ ਕਹਿੰਦੇ ਆਪ ਹੀ ਕਹਿੰਦਾ ਵੀ ਮੈਂ ਕਰਦਾ। ਤੋ ਇਸ ਕਰਕੇ ਜੀਵ ਐਵੇਂ ਹੰਗਤਾ ਕਰਦੇ ਫਿਰਦੇ ਨੇ, ਐਉਂ ਫਿਰ ਬਿਕਸ ਹੈ। ਮਹਾਰਾਜ ਕਹਿੰਦੇ ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਜਦੋਂ ਮਹਾਰਾਜ ਸਾਹਿਬ ਨੇ ਨਿਸ਼ੇਧ ਪੱਖ ਦੁਆਰਾ, ਨਿਸ਼ੇਧ ਪੱਖ ਕੀ ਸੀ? ਆਪ ਨਹੀਂ ਗਾ ਸਕਦਾ, ਆਪ ਨਹੀਂ ਗਾ ਸਕਦਾ, ਆਪ ਨਹੀਂ ਗਾ ਸਕਦਾ। ਹੁਣ ਹੈ ਵਿਧੀ ਪੱਖ। ਵਿਧੀ ਪੱਖ ਦੀ ਕਿਉਂਕਿ ਪ੍ਰਸ਼ਨ ਬਦਲਿਆ। ਕਹਿੰਦੇ ਮਹਾਰਾਜ ਜੀ ਆਪ ਜੀ ਦੇ ਕਹੇ ਅਨੁਸਾਰ ਉਸ ਵਾਹਿਗੁਰੂ ਦੇ ਬਲ ਨੂੰ ਕੋਈ ਗਾ ਨਹੀਂ ਸਕਦਾ, ਤਾਂ ਫਿਰ ਕੋਈ ਵੀ ਨਹੀਂ ਗਾ ਸਕਦਾ, ਜਾਂ ਫਿਰ ਕੋਈ ਇਹਦੇ 'ਚ ਵਿਧੀ ਪੱਖ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਕੋਈ ਗਾ ਸਕਦਾ ਹੈ ਕਿ ਕੋਈ ਵੀ ਨਹੀਂ ਗਾ ਸਕਦਾ। ਮਹਾਰਾਜ ਕਹਿੰਦੇ ਦੇਖੋ ਪਹਿਲਾ ਪੱਖ ਸੀ ਵੀ ਕੋਈ ਵੀ ਨਹੀਂ ਗਾ ਸਕਦਾ। ਕਹਿੰਦੇ ਹੁਣ ਤੁਹਾਨੂੰ ਦੱਸਦੇ ਹਾਂ ਵਿਧੀ ਪੱਖ ਦੁਆਰਾ ਵੀ ਜਿਹੜੇ ਉਹਨੂੰ ਗਾ ਸਕਦੇ। ਕਿਵੇਂ ਗਾ ਸਕਦੇ? ਕਿੰਨਾ ਕੁ ਗਾ ਸਕਦੇ? ਸੰਪੂਰਨ ਰੂਪ 'ਚ ਨਹੀਂ। ਇਹ ਫਿਰ ਵਿਧੀ ਪੱਖ ਹੈ। ਆ ਵੀ ਗਾ ਸਕਦਾ ਹੈ, ਆ ਵੀ ਗਾ ਸਕਦਾ, ਇਹਨੇ ਵੀ ਗਾਇਆ, ਇਹਨੇ ਵੀ ਗਾਇਆ, ਪਰ ਇੰਨੀ ਸੀਮਾ ਦੇ ਵਿੱਚ ਰਹਿ ਗਿਆ। ਗਾਵੇ ਕੋ ਤਾਣ ਹੋਵੇ ਕਿਸੇ ਦਾ। ਕਿਵੇਂ ਗਾਉਂਦੇ ਆ? ਕਹਿੰਦੇ ਕੋਈ ਪਰਮੇਸ਼ਰ ਦੇ ਤਾਣ ਬਲ ਨੂੰ ਗਾਉਂਦਾ ਹੈ, ਪਰਮਾਤਮਾ ਦੇ ਬਲ ਨੂੰ ਗਾਉਂਦਾ ਹੈ ਵੀ ਬਹੁਤ ਵੱਡਾ ਤਾਕਤ ਵਾਲਾ ਹੈ। ਜਿੰਨਾ ਕਿਸੇ ਦੇ ਚ ਤਾਣ ਬਲ ਹੁੰਦਾ ਹੈ ਤੇ ਉਹ ਆਪਣੀ ਸਮਰੱਥਾ ਅਨੁਸਾਰ ਗਾਉਂਦਾ ਤੇ ਗਾਉਣ ਚ ਕਸਰ ਨਹੀਂ ਛੱਡਦਾ, ਉਹਦੀ ਕਸਰ ਨਹੀਂ ਕਰਦਾ। ਪੂਰਾ ਜ਼ੋਰ ਲਾ ਕੇ ਵਾਹਿਗੁਰੂ ਦੇ ਬਲ ਨੂੰ ਗਾਈ ਜਾ ਰਿਹਾ ਹੈ। ਸਰੀਰ ਖਤਮ ਹੋ ਜਾਂਦੇ ਨੇ, ਆਪਣੀ ਸਮਰੱਥਾ ਤੋਂ ਵੱਧ ਕੋਈ ਗਾ ਨਹੀਂ ਸਕਦਾ। ਹੋਵੇ ਕਿਸੇ ਤਾਣ, ਜਿੰਨਾ ਕੁ ਤਾਣ ਸੀ ਉਨਾ ਹੀ ਗਾਇਆ ਹੈ। ਗਾਵੇ ਕੋ ਦਾਤ ਜਾਣੇ ਨਿਸ਼ਾਨ। ਕੋਈ ਵਾਹਿਗੁਰੂ ਦੀਆਂ ਦਾਤਾਂ ਨੂੰ ਨਿਸ਼ਾਨ ਪ੍ਰਗਟ ਕਰਕੇ, ਜਿਵੇਂ ਵਾਹਿਗੁਰੂ ਨੇ ਮੈਨੂੰ ਦੁੱਧ ਦਿੱਤਾ ਜੀ, ਮੈਨੂੰ ਪੁੱਤ ਦਿੱਤਾ, ਮੈਨੂੰ ਧਨ ਦਿੱਤਾ, ਮੈਨੂੰ ਜ਼ਮੀਨ ਦਿੱਤੀ, ਮੈਨੂੰ ਵਡਿਆਈ ਦਿੱਤੀ, ਇਹ ਜਾਣ ਕਰਕੇ ਨਿਸ਼ਾਨ ਪ੍ਰਗਟ ਕਰਕੇ ਇਉਂ ਗਾ ਰਿਹਾ ਹੈ। ਗਾਵੇ ਕੋ ਗੁਣ ਵਡਿਆਈਆ ਚਾਰ। ਉਹ ਵਾਹਿਗੁਰੂ ਦੇ ਬਲ ਨੂੰ ਕੋਈ ਇਹ ਕਹਿ ਕੇ ਗਾਉਂਦਾ ਹੈ ਕਿ ਉਸ ਨੇ ਮੈਨੂੰ ਰਾਗ ਵਿਦਿਆ ਦਿੱਤੀ, ਸ਼ਸਤਰ ਵਿਦਿਆ ਦਿੱਤੀ, ਇਹ ਗੁਣ ਦਿੱਤੇ, ਚਾਰ ਸੁੰਦਰ ਵਡਿਆਈਆਂ ਦਿੱਤੀਆਂ, ਜਾਂ ਆਚਾਰ ਸ੍ਰੇਸ਼ਟ ਕਰਤਵ ਮੈਨੂੰ ਦਿੱਤੇ, ਇਹ ਬਖਸ਼ਾਂ ਕੀਤੀਆਂ। ਕੋਈ ਇਸ ਤਰ੍ਹਾਂ ਗਾਉਂਦਾ ਹੈ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਕੋਈ ਵਿਦਿਆ ਅਧਿਐਨ ਕਰਨ ਵਾਲਾ, ਉਹ ਕੌਣ ਹੈ? ਨਿਆਇ ਸ਼ਾਸਤਰ ਵਾਲਾ। ਉਹ ਵਿਦਿਆ ਨੂੰ ਪੜ੍ਹ ਕੇ ਮਹਿਸੂਸ ਕਰਦਾ ਕਿ ਪਰਮੇਸ਼ਰ ਦੀ ਵਿਚਾਰ ਕਰਨੇ ਵਿਖਮ ਕਠਿਨ ਹੈ। ਵਿਦਿਆ ਕਰਕੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ 6 ਸ਼ਾਸਤਰ ਨੇ। ਇਹ 6 ਸ਼ਾਸਤਰ ਜਿਵੇਂ ਵੇਦ ਦੇ 6 ਅੰਗ ਨੇ, ਉਹਦੇ 'ਚ ਸਿੱਖਿਆ ਕਲਪ ਨਿਰੁਕਤ ਪੁਨ ਜੋਤਿਸ਼ ਪਿੰਗਲ ਜਾਨ, ਵਿਆਕਰਨ ਬਖਾਣੀਐ ਵੇਦ ਅੰਕ ਖਟ ਮਾਨ।
ਤੋ ਉਹ ਵਿਖਣ ਕਠਨ ਵਿਚਾਰ ਨੂੰ ਗਾਵੇ ਗਾਉਂਦੇ ਹਨ। ਗਾਵੇ ਕੋ ਸਾਜ ਕਰੇ ਤਨ ਖੇਹ, ਕੋਈ ਐਸਾ ਜਾਣ ਕੇ ਪ੍ਰਭੂ ਦੇ ਜਸ ਨੂੰ ਗਾਵੇ ਗਾਉਂਦਾ ਹੈ ਕਿ ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀਵ ਦੇ ਅਸਥੂਲ ਸੂਖਮ ਤਨ ਕੀ ਇਹ ਸਰੀਰ ਸਾਜਣ ਨਾਵੇਂ ਰਚਦਾ ਹੈ, ਫਿਰ ਉਹਨਾਂ ਨੂੰ ਖੇਹ ਮਿੱਟੀ ਵਿੱਚ ਰਲਾ ਦਿੰਦਾ ਹੈ। ਸੁਆਬ ਨਹੀਂ ਰਹਿੰਦੀ, ਉਹ ਵੀ ਸਾਰੀ ਮਿੱਟੀ ਦੇ ਵਿੱਚ ਉੱਡ ਉੱਡ ਕੇ ਨਾ ਹਨੇਰੀਆਂ ਚੱਲਦੀਆਂ, ਸਿਵਿਆਂ ਦੇ ਵਿੱਚ ਜਾਓ ਰੜਾ ਜ਼ਮੀਨ ਮਿਲੂਗੀ, ਸੁਆਬ ਹੀ ਖਤਮ ਹੋ ਜਾਂਦੀ ਹੈ। ਤੇ ਇਸ ਕਰਕੇ ਇਹ ਤਾਂ ਇਕੱਲਾ ਹੰਕਾਰ ਆ ਜਿਹੜਾ ਅਸੀਂ ਕਰੀ ਜਾਂਦੇ ਹਾਂ। ਤੇ ਕੋਈ ਇਸ ਪ੍ਰਕਾਰ ਗਾਉਂਦਾ ਹੈ, ਗਾਵੇ ਕੋ ਲੈ ਫਿਰ ਦੇਹ, ਤੇ ਉਹ ਜਿਹੜਾ ਜਿਵੇਂ ਕਿਸੇ ਮਾਟੀ ਸੀ, ਉਹ ਮਾਟੀ ਰੀਲੀ ਨਾਂਗਾ ਉੱਠ ਜਾਈ, ਐਂ ਤੁਰ ਜਾਂਦਾ, ਫਿਰ ਨਾਂਗੇ ਆਵਨ ਨਾਂਗੇ ਜਾਣਾ। ਤੇ ਇਸ ਕਰਕੇ ਕੋਈ ਉਸ ਵਾਹਿਗੁਰੂ ਨੂੰ ਹੈਰਾਨ ਹੋ ਕੇ ਇਉਂ ਵੀ ਗਾਉਂਦਾ ਹੈ ਕਿ ਉਹ ਆਪ ਹੀ ਜੀਵਾਂ ਨੂੰ ਪ੍ਰਲਬਧ ਪੂਰੀ ਹੋਣ ਤੇ ਜੀਵ ਜੀਵਾਂ ਦੇ ਪਾਸੋਂ ਦੇਹ ਸਰੀਰ ਲੈਂਦਾ, ਫਿਰ ਵਾਸ਼ਨਾ ਅਨੁਸਾਰ ਕਰਮਾਂ ਅਨੁਸਾਰ ਦੇਹ ਫਿਰ ਦੇ ਦਿੰਦਾ ਸਰੀਰ। ਗਾਵੇ ਕੋ ਜਾਪੈ ਦਿਸੈ ਦੂਰ, ਕੋਈ ਉਸ ਦੇ ਜਸ ਨੂੰ ਇਸ ਲਈ ਗਾਵੇ ਗਾਉਂਦਾ ਹੈ ਕਿ ਉਹ ਵਾਹਿਗੁਰੂ ਬੁੱਧੀ ਦੇ ਨਾਲ ਜਾਪੇ ਜਾਣਨ ਤੋਂ, ਅੱਖਾਂ ਦੇ ਨਾਲ ਦਿਸਣ ਤੋਂ ਦੂਰ ਹੈ, ਬੇਅੰਤ ਹੈ, ਸੂਖਮ ਹੈ। ਗਾਵੇ ਕੋ ਵੇਖੈ ਹਾਦਰਾ ਹਦੂਰ, ਕੋਈ ਐਸਾ ਜਾਣ ਕੇ ਉਸ ਨੂੰ ਗਾਵੇ ਗਾਉਂਦਾ ਹੈ ਕਿ ਉਹ ਵਾਹਿਗੁਰੂ ਸਭਨਾਂ ਦੇ ਹਾਦਰਾ ਹਦੂਰ ਨੇੜੇ ਤੋਂ ਨੇੜੇ ਹੈ, ਸਾਹਮਣੇ ਹੋ ਕੇ ਸਭਨਾਂ ਨੂੰ ਵੇਖ ਰਿਹਾ ਹੈ, ਸਦ ਸੁਣਦਾ ਸਦ ਵੇਖਦਾ, ਐਸਾ ਹੈ। ਕਥਨਾ ਕਥੀ ਨਾ ਆਏ ਟੋਟ, ਇਹ ਸਿੱਧੋ ਤੇ ਇਸ ਪ੍ਰਕਾਰ ਫਿਰ ਉਸ ਕਥਨਾ ਕਥਾ ਦਾ ਕਥੀ ਕਥਨ ਕਰਨਾ, ਉਹਦੇ ਨਾਲ ਕੋਈ ਤੋੜ ਘਾਟਾ ਨਾ ਕਹੀਏ ਨਹੀਂ ਆਵੇ ਆਉਂਦਾ। ਮਹਾਰਾਜ ਨੇ ਆਪਣੀ ਧੁਨ ਉੱਥੇ ਰੱਖੀ ਹੈ ਤੇ ਪਰ ਘਾਟਾ ਨਹੀਂ ਆ ਸਕਦਾ, ਪਰ ਐ ਗਾਉਂਦੇ ਵੀ ਹੈ, ਕਹਿੰਦੇ ਵੀ ਹੈ। ਇਹ ਦਿੱਬੀ ਦੀ ਪੱਖ ਦੁਆਰਾ ਦੱਸਿਆ ਹੈ, ਕਥ ਕਥ ਕਥੀ ਕੋਟੀ ਕੋਟ ਕੋਟ, ਉਹ ਵਾਹਿਗੁਰੂ ਦੀ ਕਥਾ ਜਸ ਭੂਤਕਾਲ ਦੇ ਵਿੱਚ ਵੀ ਕੋਟ ਕਰੋੜਾਂ ਨੇ ਕਥ ਕਥਨ ਕਰਨ ਵਾਲੇ ਹੋ ਕੇ ਕਥਨ ਕੀਤੀ, ਵਰਤਮਾਨ ਸਮੇਂ ਦੇ ਕੋਟ ਕਰੋੜਾਂ ਨੇ ਕਥ ਕਥਨੀ ਵਾਲੇ ਹੋ ਕਰਕੇ ਤੇ ਉਹ ਕਥਾ ਕੀਤੀ, ਕਥਨ ਕੀਤਾ। ਭਵਿੱਖ ਕਾਲ ਵਿੱਚ ਵੀ ਕੋਟੀ ਕਰੋੜਾਂ ਲੋਕ ਕਥੀ ਕਥਨ ਕਰਨਗੇ, ਪਰ ਕਥਨ ਕਰਨਗੇ, ਪਰ ਉਸ ਵਾਹਿਗੁਰੂ ਦੀ ਕਥਨੀ ਦਾ ਕੋਈ ਅੰਤ ਕਿਸੇ ਪ੍ਰਕਾਰ ਨਹੀਂ ਆਇਆ, ਉਹਦੀ ਕਥਨੀ ਦਾ ਟੋਟਾ ਨਹੀਂ ਆਇਆ, ਘਾਟਾ ਨਹੀਂ ਆ, ਭਾਵ ਉਹ ਬੇਅੰਤ ਹੈ। ਤੇ ਕਬੀਰ ਸਾਹਿਬ ਨੇ ਪਾਵਨ ਬਚਨ ਕਹੇ ਹੈ, ਕਬੀਰ ਸਾਤ ਸਮੁੰਦ ਹੈ ਮਸ ਕਰੋ, ਕਲਮ ਕਰੋ ਬਨ ਰਾਏ। 7 ਸਮੁੰਦਰਾਂ ਦੀ ਛਾਈ ਬਣਾ ਲਈ ਜਾਏ, ਸਾਰੀ ਬਨਸਪਤੀ ਇੱਕ ਨਿੱਕੇ ਪੌਦੇ ਤੋਂ ਲੈ ਕੇ ਸਾਰੇ ਦੀਆਂ ਕਲਮਾਂ ਘਟ ਲਈਆਂ ਜਾਣ। ਬਸਦਾ ਕਾਗਦ ਜਾਓ ਕਰੋ, ਸਾਰੀ ਧਰਤੀ ਦਾ ਕਾਗਜ਼ ਬਣਾ ਲਿਆ। ਹਰ ਜਸ ਲਿਖਨ ਨਾ ਜਾਏ, ਐ ਫਿਰ ਬੇਅੰਤ 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 ਕੋ ਕਰੰਤ ਪਾਠ ਪੇਖਿਆ ਸ੍ਰੀ ਦਸਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ। ਤੇ ਇਸ ਪ੍ਰਕਾਰ ਆਪਣੀ ਗੱਲ ਸਮਾਪਤ ਕੀਤੀ। ਹੁਣ ਅੱਗੇ ਮਹਾਰਾਜ ਸਾਹਿਬ ਜੀ ਨੇ ਤੇ ਤੀਸਰਾ ਜਿਹੜਾ ਪੱਖ ਹੈ, ਜਿੱਥੋਂ ਤੀਸਰਾ ਅਰਥ ਸੰਪਰਦਾ ਕੀਤਾ ਜਾਂਦਾ ਹੈ, ਸਿੱਧਾਂ ਦਾ ਪ੍ਰਸ਼ਨ ਹੈ। ਤੇ ਆਪ ਨੇ ਜੀਵਾਂ ਦੇ ਵੱਖੋ ਵੱਖਰੇ ਆਪਣੇ ਬਲ ਅਨੁਸਾਰ ਪ੍ਰਭੂ ਨੂੰ ਗਾਉਣ ਦੀ ਗੱਲ ਵੀ ਕਹਿ ਦਿੱਤੀ, ਨਹੀਂ ਗਾ ਸਕਦੇ ਉਹ ਵੀ ਦੱਸਦੀ। ਸਾਨੂੰ ਨਿਸ਼ਚਾ ਹੋ ਗਿਆ ਇਹ ਗੱਲ, ਤੇ ਸਾਨੂੰ ਨਿਸ਼ਚਾ ਕਿਤੇ ਕਿਤੇ ਵੀ ਕਹਿ ਦਿੰਦੇ ਸੀ, ਮੁੜ ਕੇ ਫੇਰ ਪ੍ਰਸ਼ਨ ਫੇਰ ਕਰਦੇ ਰਹਿੰਦੇ। ਪਰ ਹੁਣ ਸਿੱਧਾਂ 'ਚ ਇੰਨਾ ਕੁ ਫਰਕ ਪੈ ਗਿਆ ਕਿ ਪ੍ਰਸ਼ਨ ਜਾਣਨ ਵਾਸਤੇ ਕਰਨ ਲੱਗ ਪਏ। ਕਈ ਵਾਰੀ ਬੰਦਾ ਆਪੇ ਆਖਣ ਆਪੇ ਜਾਣ, ਪ੍ਰਸ਼ਨ ਉਹ ਕਰਨਾ ਜਿਹਦਾ ਉੱਤਰ ਆਉਂਦਾ। ਕਾਹਦੇ ਵਾਸਤੇ ਕਰਨਾ? ਦੂਏ ਨੂੰ ਨੀਵਾਂ ਕਰਨ ਵਾਸਤੇ, ਵੀ ਇਹਨੂੰ ਆਉਂਦਾ, ਨਹੀਂ ਆਉਂਦਾ ਲੱਗਦਾ ਇਹਨੂੰ ਕੀ ਆਉਂਦਾ, ਇਹਦਾ ਤਾਂ ਅਰਥ ਹੀ ਨਹੀਂ। ਪ੍ਰਸ਼ਨ ਕਰਨਾ ਚਾਹੀਏ ਜਾਣਨ ਵਾਸਤੇ। ਤੇ ਹੁਣ ਜਾਣਨ ਵਾਸਤੇ ਪ੍ਰਸ਼ਨ ਕਰਦੇ ਹੈ ਕਿ ਇਹ ਦੱਸੋ ਮਹਾਰਾਜ ਵੀ ਆਪਣੇ ਬਲ ਅਨੁਸਾਰ ਪ੍ਰਭੂ ਦਾ ਜਸ ਗਾਉਣ ਦੀ ਗੱਲ ਕਹੀ ਹੈ, ਅਸੀਂ ਇਹਦੇ ਤੇ ਨਿਸ਼ਚਾ ਵੀ ਕਰ ਲਿਆ, ਪਰ ਆਪਣੀ ਗੱਲ ਦੀ ਪੁਸ਼ਟੀ ਵਾਸਤੇ ਹੁਣ ਪ੍ਰਮਾਣਾਂ ਸਹਿਤ ਸਮਝਾਓ, ਨਾਂ ਲੈ ਕੇ ਸਮਝਾਓ ਕਿਹਨੇ ਕਿਵੇਂ ਗਾਇਆ ਹੈ। ਦੇਖੋ ਪ੍ਰਸ਼ਨ ਔਖਾ ਸੀ ਇਹ, ਕਿਹੜੇ ਨੇ ਕਿਵੇਂ ਗਾਇਆ ਹੈ, ਇਹਦੇ 'ਚ ਪ੍ਰਮਾਣ ਦਿਓ। ਤੇ ਇਸ ਕਰਕੇ ਫਿਰ ਤੀਸਰਾ ਅਰਥ ਤਾਂ ਕਠਨ ਆਏਗਾ ਥੋੜਾ ਜਿਹਾ, ਬਈ ਇਹਦਾ ਪ੍ਰਸ਼ਨ ਹੀ ਕਠਨ ਹੈ,
ਤੇ ਮਹਾਰਾਜ ਸਾਹਿਬ ਨੇ ਉੱਤਰ ਦਿੱਤਾ, ਗਾਵੇ ਕੋ ਤਾਣ ਹੋਵੇ ਕਿਸੈ ਤਾਣ। ਮਹਾਰਾਜ ਕਹਿੰਦੇ ਕੋਈ ਉਸ ਵਾਹਿਗੁਰੂ ਦੇ ਤਾਣ ਬਲ ਨੂੰ, ਜਿੰਨਾ ਕਿਸੇ 'ਚ ਤਾਣ ਬਲ ਹੋਵੇ ਉਨਾ ਉਸ ਦੇ ਜਸ ਨੂੰ ਗਾਉਂਦਾ ਹੈ। ਜਿਵੇਂ ਪੁਰਾਣਾ ਵਾਲਿਆਂ ਨੇ, ਹੁਣ ਪਹਿਲਾ ਪ੍ਰਮਾਣ ਦਿੱਤਾ ਮੈਨੂੰ ਵੀ ਪੁਰਾਣਾ ਵਾਲਿਆਂ ਨੇ ਇਹ ਪ੍ਰਸੰਗ ਲਿਖੇ ਨੇ ਵੀ ਮਧੂ ਕੈਟਬ ਹੋਇਆ, ਦਸਮ ਗ੍ਰੰਥ 'ਚ ਬੜੀ ਸੋਹਣੀ ਕਥਾ ਹੈ ਇਹਦੀ, ਉਹ ਪੁਰਾਣ ਦੇ ਅਨੁਸਾਰ ਹੈ। ਮਧੂ ਕੈਟਬ ਹੋਇਆ, ਉਹਦੇ ਨਾਲ ਭਗਵਾਨ ਜੀ ਨੇ ਯੁੱਧ ਕੀਤਾ, ਉਹਨੂੰ ਮਾਰਿਆ, ਉਹਨੂੰ ਇਹ ਯਾਦ ਕਰ ਕਰਕੇ ਗਾਵੇ ਗਾਉਂਦੇ ਨੇ ਪੁਰਾਣਾ ਵਾਲੇ। ਤੇ ਜਿਵੇਂ ਪ੍ਰਭੂ ਨੇ ਰਾਖਸ਼ਾਂ ਤੋਂ ਰੱਖਿਆ ਕੀਤੀ, ਧਰੂ ਪ੍ਰਹਲਾਦ ਨੂੰ ਨਿਵਾਜਿਆ, ਪ੍ਰਹਲਾਦ ਦੀ ਰੱਖਿਆ ਕੀਤੀ, ਧਰੂ ਨੂੰ 36,000 ਬਰਸ ਰਾਜ ਦਿੱਤਾ, ਅਟਲ ਪਦਵੀ ਦਿੱਤੀ, ਇਹ ਸਭ ਪ੍ਰਸੰਗ ਗਾਵੇ। ਤੇ ਜਿੰਨਾ ਕੋ ਉਹਨਾਂ ਚ ਤਾਣ ਸੀ ਕਹਿੰਦੇ ਉਹ ਪੁਰਾਣਾ ਦੇ ਵਾਲੇ ਉਹ ਵੀ ਗਾ ਰਹੇ ਨੇ। ਬਿਆਸ ਵਿਚਾਰ ਕਹਿਓ ਪਰਮਾਰਥ, ਰਾਮ ਨਾਮ ਸਰਨਾਹੀ। ਤੇ ਸਿੱਧ ਕਹਿੰਦੇ ਜੀ ਠੀਕ ਹੈ, ਇਹ ਪ੍ਰਮਾਣ ਦੇ ਨਾਲ ਸਾਡੇ ਸਮਝ ਆ ਗਈ ਹੈ। ਗਾਵੇ ਕੋ ਦਾਤ ਜਾਣੈ ਨਿਸ਼ਾਨ। ਤੇ ਹੁਣ ਜਿਹੜਾ ਤਾਂ ਪੜ੍ਹਿਆ ਹੋਇਆ ਹੈ ਉਹਦਾ ਤਾਂ ਨਾਂ ਲੈਂਦਿਆਂ ਹੀ ਉਸੇ ਵੇਲੇ ਤੇ ਉਹਨੂੰ ਵਿਆਖਿਆ ਕਰਨ ਦੀ ਵੀ ਲੋੜ ਨਹੀਂ। ਪਰ ਹੁਣ ਤੁਹਾਡੀ ਵੀ ਬਹੁਤੀ ਗਿਣਤੀ ਉਹਨਾਂ ਦੀ ਹੈ ਜਿਨ੍ਹਾਂ ਨੇ ਉਹ ਗ੍ਰੰਥ ਪੜ੍ਹੇ ਨਹੀਂ ਅਜੇ, ਇਸ ਕਰਕੇ ਦੱਸਣਾ ਪੈਂਦਾ। ਕੋਈ ਪੰਜ ਰਾਤਰ ਗ੍ਰੰਥ ਹੈ, ਕਹਿੰਦੇ ਪੰਜ ਰਾਤਰ ਮਤ ਵਾਲੇ ਇਹ ਬਣਾਇਆ ਹੋਇਆ ਨਾਰਦ ਦਾ। ਉਹ ਪਰਮੇਸ਼ਰ ਦੀਆਂ ਜਿਹੜੀਆਂ ਬਖਸ਼ੀਆਂ ਹੋਈਆਂ ਅਮੋਲਕ ਵਸਤੂਆਂ ਨੇ ਉਹ ਪਤਾ ਕਿਵੇਂ ਗਾਉਂਦਾ ਨਾਰਦ ਪੰਜ ਰਾਤਰ ਵਿੱਚ। ਕਹਿੰਦਾ ਹੱਥ ਵਾਹਿਗੁਰੂ ਨੇ ਪਰਮੇਸ਼ਰ ਨੇ ਦਿੱਤੇ, ਪੈਰ ਮੈਨੂੰ ਉਹਨੇ ਦਿੱਤੇ, ਮੂੰਹ ਉਹਨੇ ਦਿੱਤਾ, ਕੰਨ ਉਹਨੇ ਦਿੱਤੇ, ਨੇਤਰ ਉਹਨੇ ਦਿੱਤੇ, ਨਿਸ਼ਾਨ ਪ੍ਰਗਟ ਹੀ ਦਾਤਾਂ। ਇਹ ਜਾਣ ਕਰਕੇ ਪੰਜ ਰਾਤਰ ਵਾਲਾ ਨਾਰਦ ਗਾਵੇ ਗਾਉਂਦਾ ਹੈ। ਗਾਵੇ ਕੋ ਗੁਣ ਵਡਿਆਈ ਆਚਾਰ। ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਕਪਿਲ ਮੁਨੀ ਵੀ ਗਾਉਂਦਾ ਹੈ, ਤੇ ਸਾਖ ਸ਼ਾਸਤਰ ਹੈ ਉਹਦਾ ਕਪਿਲ ਮੁਨੀ ਦਾ, ਉਹ ਆਪਣੇ ਮਤ ਅਨੁਸਾਰ ਗਾਉਂਦਾ ਹੈ। ਉਹ ਕਿਵੇਂ ਗਾਉਂਦਾ ਹੈ? ਕਹਿੰਦਾ ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹਨਾਂ ਦੁਆਰਾ ਪ੍ਰਭੂ ਉਤਪਤੀ ਕਰਦਾ ਹੈ। ਇਸ ਨਿਸ਼ਚੇ ਦੇ ਅਨੁਸਾਰ ਕੋਈ ਉਸ ਪ੍ਰਭੂ ਦੀਆਂ ਚਾਰ ਸੁੰਦਰ ਵਡਿਆਈਆਂ ਨੂੰ ਗਾਵੇ ਗਾਉਂਦਾ ਹੈ। ਔਰ ਇੱਕ ਗੱਲ ਦਾ ਧਿਆਨ ਰੱਖਿਓ, ਇਹ ਗ੍ਰੰਥ ਨੂੰ ਜਿਹੜੀ ਦਾ ਨਾਂ ਲਿਆ ਮਹਾਰਾਜ ਨੇ, ਕਹਿੰਦੇ ਸਿੱਧੋ ਪਰ ਅਨੀਸ਼ਰਵਾਦੀ ਹੈ। ਮੈਂ ਤਾਂ ਇਹ ਦੱਸਦਾ, ਮੇਰਾ ਤਾਂ ਪ੍ਰਕਰਨ ਹੈ ਵੀ ਕਿਹੜਾ ਕਿਵੇਂ ਗਾ ਰਿਹਾ ਹੈ। ਇਹ ਕਹਿੰਦੇ ਰੱਬ ਨੂੰ ਮੰਨਦਾ ਨਹੀਂ ਗ੍ਰੰਥ ਵਾਲਾ, ਤੇ ਪਰ ਇਹ ਇਸ ਤਰੀਕੇ ਨਾਲ ਗਾਉਂਦਾ, 24 ਤੱਤ ਮੰਨਦਾ ਹੈ। ਤੇ ਪੰਚਵਾਂ ਜਿਹੜਾ 25ਵਾਂ ਉਹ ਪੁਰਖ ਨੂੰ ਮੰਨਦਾ ਹੈ। ਅਸੰਗੋ ਹੀ ਆਯੰ ਪੁਰਖਾ, ਇਹ ਉਹਦੀ ਸੁਰਤੀ ਹੈ। ਤੇ ਤ੍ਰਿਗੁਣੀ ਅਵਸਥਾ ਜਿਹੜੀ ਸਮ ਅਵਸਥਾ ਹੈ ਤਿੰਨਾਂ ਗੁਣਾਂ ਦੀ, ਉਹਨੂੰ ਪ੍ਰਧਾਨ ਮੰਨਦਾ ਹੈ। ਤੀਨ ਗੁਣਾ ਕੀ ਸਾਮਿਆ ਜੋਈ, ਨਾਮ ਪ੍ਰਧਾਨ ਕਹਾਵੈ ਸੋਈ। ਜਿਹੜਾ ਮੋਕਸ਼ ਪੰਥ ਹੈ ਪੰਡਤ ਗੁਲਾਬ ਸਿੰਘ ਦਾ ਲਿਖਿਆ ਹੈ। ਪੰਡਤ ਗੁਲਾਬ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਰਥੀ ਦਾ ਵਿਦਿਆਰਥੀ ਹੈ। ਭਾਈ ਮਾਨ ਸਿੰਘ ਚੌਰ ਕਰਦੇ ਸੀ ਮਹਾਰਾਜ ਨੂੰ, ਉਹ ਚੌਰ ਬਰਦਾਰੀ ਦਾ ਅੱਗੇ ਵਿਦਿਆਰਥੀ ਹੈ। ਤੇ ਉਹਨੂੰ ਪ੍ਰਧਾਨ ਨੂੰ ਪ੍ਰਕਿਰਤੀ ਮੰਨਦਾ ਤੇ ਆਤਮਾ ਨੂੰ ਗਿਆਨ ਸਰੂਪ ਨਹੀਂ ਮੰਨਦਾ। ਤੇ ਆਤਮਾ ਨੂੰ ਜਿਸ ਪ੍ਰਕਾਰ ਉਹ ਇਹਦੇ ਆਪਣੇ ਮਤ ਹੈ, ਉਹ ਕਹਿੰਦਾ ਵੀ ਕਈਆਂ ਦਾ ਇਹ ਮਤ ਵੱਖਰੇ ਵੱਖਰੇ ਨੇ, ਤੇ ਇਸ ਕਰਕੇ ਗਿਆਨ ਸਰੂਪ ਨਹੀਂ ਮੰਨਦਾ ਆਤਮਾ ਨੂੰ। ਉਹ ਇਸ ਤਰੀਕੇ ਦੇ ਨਾਲ ਗਾਵੇ ਗਾ ਰਿਹਾ ਹੈ। ਗਾਵੇ ਕੋ ਵਿਦਿਆ ਵਿਕਮ ਵਿਚਾਰ। ਇਸ ਤੋਂ ਅੱਗੇ ਗੌਤਮ ਰਿਸ਼ੀ ਵੀ ਗਾਉਂਦਾ ਹੈ, ਉਹਦਾ ਰਚਿਆ ਹੋਇਆ ਨਿਆਂ ਸ਼ਾਸਤਰ ਹੈ। ਉਹ ਵਿਦਿਆ ਵਿਖਮ ਕਠਨ ਹੈ। ਕੋਈ ਉਸ ਵਿਚਾਰ ਨੂੰ, ਉਸ ਪਰਮਾਤਮਾ ਦੇ ਜਸ ਨੂੰ ਗਾਵੇ ਗਾਉਂਦਾ ਹੈ। ਕਿਵੇਂ ਗਾਉਂਦਾ ਹੈ? ਉਹਨੇ 9 ਦਰਬ ਵਸਤੂਆਂ, 5 ਤੱਤ, 6ਵਾਂ ਮਨ, 7ਵਾਂ ਚਾਰੇ ਦਿਸ਼ਾਵਾਂ, 8ਵਾਂ ਮਨ ਤੇ 9ਵਾਂ ਆਤਮਾ ਅਤੇ 7 ਪਦਾਰਥ ਮੰਨਦਾ ਹੈ। ਕਿਹੜੇ? ਮਨ, ਗੁਣ, ਕਰਮ, ਸਮਾਨਿਆ, ਵਿਸ਼ੇਸ਼, ਸਮਵਾਏ, ਅਭਾਵ। ਇਹ ਉਹਨੇ ਮੁਖੀ ਮੰਨੇ। ਪਰਮਾਣੂਆਂ ਤੋਂ ਸ੍ਰਿਸ਼ਟੀ ਦੀ ਉਤਪਤੀ ਮੰਨਦਾ ਹੈ। ਆਤਮਾ ਨੂੰ ਅੱਧਾ ਜੜ ਅੱਧਾ ਚੇਤਨ ਉਹਦਾ ਪ੍ਰਮਾਣ ਦਿੰਦਾ ਹੈ। ਕਹਿੰਦੇ ਟਟਿਆਣਾ ਹੁੰਦਾ ਨਾ, ਉਹ ਅੱਧਾ ਹਿੱਸਾ ਕਹਿੰਦੇ ਉਹਦਾ ਚਮਕਦਾਰ ਹੈ, ਅੱਧਾ ਹੈ ਹੀ ਨਹੀਂ। ਕਹਿੰਦੇ ਇਸ ਤਰ੍ਹਾਂ ਆਤਮਾ ਵੀ ਉਹਨੂੰ 2 ਹਿੱਸਿਆਂ 'ਚ ਵੰਡ ਲਈ ਉਹਨੇ। ਇਹ ਉਹਦੀ ਭਾਵੇਂ ਵਾਜਬ ਬਾਤ ਨਹੀਂ ਹੈ, ਪਰ ਜੋ ਉਹਨੇ ਕਿਹਾ, ਕਿਉਂਕਿ ਮਹਾਰਾਜ ਉਹਦੇ ਅਨੁਸਾਰ ਦੱਸ ਰਹੇ ਵੀ ਅੱਧਾ ਹਿੱਸਾ ਜਿਹੜਾ ਸੁਖੋਵਤੀ ਅਵਸਥਾ ਦੇ ਵਿੱਚ ਆਤਮਾ ਨੂੰ ਜੜ ਮੰਨਦਾ ਹੈ, ਸੁਪਨ ਅਵਸਥਾ ਦੇ ਅੰਦਰ ਆਤਮਾ ਨੂੰ ਚੇਤਨ ਮੰਨਦਾ ਹੈ। ਕਹਿੰਦਾ ਤਾਂ ਸੁਪਨਾ ਹੁੰਦਾ ਹੈ।
ਇਹ ਮਨ ਦੀ ਹਾਲਤ ਉਤੇ ਆਨੰਦਮਈ ਕੋਸ਼ ਨੂੰ ਹੀ ਆਤਮਾ ਮੰਨਦਾ ਹੈ। ਅਨੀਸ਼ਰਵਾਦੀ ਹੈ, ਈਸ਼ਵਰਵਾਦੀ, ਪਰ ਨਾ ਇਹ ਅਨੀਸ਼ਰਵਾਦੀ ਦੂਸਰਾ, ਈਸ਼ਵਰਵਾਦੀ ਤਾਂ ਹੈ ਪਰ ਈਸ਼ਵਰ ਨੂੰ ਇੱਕ ਦੇਸੀ ਮੰਨਦਾ। ਕਹਿੰਦਾ ਈਸ਼ਵਰ ਤਾਂ ਹੈਗਾ, ਜਿਹੜਾ ਦੂਆ ਗ੍ਰੰਥ ਵਾਲਾ ਕਪਿਲ ਮੁਨੀ ਵਾਲਾ ਤਾਂ ਕਹਿੰਦਾ ਹੈ ਹੀ ਨਹੀਂ ਨਾ ਈਸ਼ਵਰਵਾਦੀ, ਰੱਬ ਹੈ ਹੀ ਨਹੀਂ। ਉਹ ਤਾਂ ਕਹਿੰਦਾ ਅੰਨ ਅੰਨ ਤੇ ਹੋਤਾ ਹੈ, ਕਾਸ ਕਾਸ ਤੇ ਹੋ, ਤਿਉ ਮਨੁ ਵਚਨ ਮਨੁੱਖ ਤੇ ਔਰ ਨਾ ਕਰਤਾ ਕੋਈ, ਇਹ ਉਹਦਾ ਸਿਧਾਂਤ ਹੈ। ਇਹ ਪਰ ਕਹਿੰਦਾ ਇੱਕ ਦੇਸ਼ੀ, ਇਹ ਇੱਕ ਦੇਸ਼ੀ ਮਤ ਜਦੋਂ ਗ੍ਰੰਥਾਂ ਚ ਆਊਗਾ ਨਾ ਇੱਕ ਦੇਸ਼ੀ ਇਉਂ ਕਹਿੰਦਾ, ਉਹਦਾ ਮਤਲਬ ਇਹੀ ਹੈ। ਇਹ ਆਓ ਰੱਬ ਨੂੰ ਇੱਕ ਦੇਸ਼ ਵਿੱਚ ਐ ਮੰਨਦਾ ਹੈ ਕਿ ਜਿਵੇਂ ਬਾਦਸ਼ਾਹ ਇੱਕ ਥਾਂ ਬੈਠਾ ਸਾਰੇ ਮੁਲਕ ਤੇ ਰਾਜ ਕਰਦਾ, ਹੁਕਮ ਕਰਦਾ ਹੈ। ਕਹਿੰਦਾ ਰੱਬ ਇੱਕ ਥਾਂ ਬੈਠਾ ਸੰਸਾਰ ਨੂੰ ਚਲਾ ਰਿਹਾ। ਤੇ ਇਸ ਮਤ ਦੇ ਨਾਲ ਜੇ ਮਿਲਦਾ ਪ੍ਰਮਾਣ ਗੁਰਬਾਣੀ ਚੋਂ ਲੈਣਾ ਹੋਵੇ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਕਿਤੇ ਕਿਤੇ ਸਿਧਾਂਤ ਇਹਨਾਂ ਦੇ ਮਿਲਦੇ ਨੇ। ਇਉਂ ਪਰਮੇਸ਼ਰ ਨੂੰ ਨਿਆਇ ਸ਼ਾਸਤਰ ਦਾ ਮਤ ਉਹ ਕਹਿੰਦੇ ਆਪਣੇ ਤਰੀਕੇ ਨਾਲ ਗਾਇਨ ਕਰਦਾ ਹੈ। ਗਾਵੇ ਕੋ ਸਾਜ ਕਰੇ ਤਨ ਖੇਹ, ਕੋ ਕੋਈ ਕੌਣ ਕਣਾਦ ਰਿਖੀ, ਇਹਦੇ ਦੋ ਨਾਮ, ਜਿਵੇਂ ਇੱਕ ਬੰਦੇ ਦੇ ਦੋ ਨਾਮ ਹੁੰਦੇ, ਇਹਨੂੰ ਕੰਨ ਭੁੱਕ ਵੀ ਕਹਿੰਦੇ ਨੇ। ਇਹ 6 ਸ਼ਾਸਤਰ ਜਿਹੜੇ ਨੇ ਸਾਖ, ਨਿਆਏ, ਵਿਸ਼ੇਕ, ਪੂਰ, ਮਿਮਾਂਸਾ, ਪਤੰਜਲ ਤੇ ਵਿਦਾਂਤ, ਉਹਦੇ ਚ ਗੌਤਮ ਰਿਸ਼ੀ ਹੈ, ਕਨਪੁਕ ਰਿਸ਼ੀ ਹੈ, ਇਹ ਸਾਰੇ 6 ਰਿਸ਼ੀ ਨੇ। ਉਹਨਾਂ ਦੀ ਕੱਲੇ ਕੱਲੇ ਗ੍ਰੰਥ ਦੀ ਤੇ ਕੱਲੇ ਕੱਲੇ ਦਾ ਪ੍ਰਮਾਣ ਦੇ ਰਹੇ ਮਨ। ਤੋ ਇਸ ਕਰਕੇ ਜਿਹੜਾ ਕੋਈ ਕਣਾਦ ਕਨਪੁਕ ਰਿਸ਼ੀ, ਇਹ ਵਿਸ਼ੇਸ਼ ਗ੍ਰੰਥ ਹੈ, ਜਿਹੜਾ ਉਹਦਾ ਸ਼ਾਸਤਰ ਹੈ, ਜਿਹੜਾ ਵਿਸ਼ੇਸ਼ਕ ਦਾ ਕਰਤਾ ਹੈ। ਇਹ 6 ਸ਼ਾਸਤਰ ਨੂੰ, ਉਹਨਾਂ ਦੇ ਵਿੱਚੋਂ ਇੱਕ ਸ਼ਾਸਤਰ ਹੈ। ਇਹ ਕਾਲਵਾਦੀ ਹੈ, ਸਮੇਂ ਨੂੰ ਪ੍ਰਧਾਨ ਮੰਨਦਾ ਹੈ। ਇਹਦੇ ਅਨੁਸਾਰ ਰੁੱਤਾਂ ਦਾ ਸਮਾਂ ਆਉਣ ਤੇ ਜ਼ਮੀਨ ਵਿੱਚ ਦੱਬੇ ਹੋਏ ਬੀਜ ਆਪ ਹੀ ਪੈਦਾ ਹੋ ਜਾਂਦੇ ਨੇ, ਤੇ ਉਹ ਪੱਕ ਕੇ ਫੇਰ ਬੂਟੇ ਦੁਬਾਰੇ ਬੀਜ ਵਿੱਚ ਰਹਿ ਜਾਂਦਾ, ਫੇਰ ਆ ਜਾਂਦੇ ਨੇ। ਉਹ ਕਹਿੰਦਾ ਜਿਵੇਂ ਬੀਜ ਧਰਤੀ ਦੇ ਵਿੱਚ ਪਿਆ ਰਹਿੰਦਾ, ਸਮਾਂ ਆ ਕੇ ਉਗ ਜਾਂਦਾ। ਉਹਨੇ ਤਾਂ ਇੱਥੇ ਤੱਕ ਗੱਲ ਕਹਿ ਦਿੱਤੀ ਹੈ, ਕਹਿੰਦਾ ਵੀ ਬਰਮਾ, ਵਿਸ਼ਨੂੰ, ਸ਼ਿਵ ਜੀ ਵੀ ਸਮੇਂ ਅਨੁਸਾਰ ਆਪ ਹੀ ਪੈਦਾ ਹੁੰਦੇ ਨੇ ਤੇ ਸਮੇਂ ਅਨੁਸਾਰ ਸਮਾਪਤ ਹੋ ਜਾਂਦੇ ਨੇ। ਉਹ ਸਾਰੀ ਸ੍ਰਿਸ਼ਟੀ ਨੂੰ, ਤੇ ਇਸ ਪ੍ਰਕਾਰ ਉਵੇਂ ਸਾਰੀ ਸ੍ਰਿਸ਼ਟੀ ਜਿਹੜੀ ਹੈ ਜੀਵਾਂ ਨੂੰ ਸਾਰਿਆਂ ਨੂੰ ਇਹਨੇ ਐਵੇਂ ਮੰਨਦਾ ਹੈ ਵੀ ਕਰਮਾਂ ਅਨੁਸਾਰ ਆਪ ਹੀ ਪੈਦਾ ਹੁੰਦੇ ਨੇ, ਆਪ ਹੀ ਇਸ ਤਰ੍ਹਾਂ ਪੈਦਾ ਹੋ ਕੇ ਮਰ ਜਾਂਦੇ ਨੇ। ਹੁਣ ਗਾਉਂਦਾ ਤਾਂ ਇਹ ਵੀ ਹੈ, ਪ੍ਰਮਾਤਮਾ ਦੇ ਸਮੇਂ ਅਨੁਸਾਰ ਤਨ ਸਰੀਰ ਸਾਜ ਕੇ ਰਜ ਕੇ ਖੇ ਨਾਸ ਕਰ ਦਿੰਦਾ ਹੈ। ਤੇ ਜਿਵੇਂ ਕਾਲ ਪਏ ਬ੍ਰਹਮਾ ਬਪਤਰਾ, ਕਾਲ ਪਏ ਸ਼ਿਵਜੂ ਅਵਤਰਾ, ਕਾਲ ਪਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸਾ, ਇਹ ਪ੍ਰਮਾਣੇ ਦੇ ਨਾਲ। ਤੋ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਮੇਂ ਦੀ ਜਿਹੜੀ ਗੱਲ ਹੈ, ਸਮੇਂ ਤੇ ਸਮੇਂ ਦਾ ਬੜਾ ਪ੍ਰਭਾਵ ਹੁੰਦਾ ਹੈ। ਤੇ ਕਾਲ ਜਿਹੜਾ ਹੈ, ਕਹਿੰਦੇ ਜਲ ਕਹਾਂ ਥਲ ਕਹਾਂ, ਗਗਨ ਕੇ ਗੌਨ ਕਹਾਂ, ਕਾਲ ਕੇ ਬਨਾਏ ਸਭੇ ਕਾਲ ਹੀ ਚਵਾਹਾਂਗੇ। ਇਹ 2 ਪਾਠ ਨੇ, ਕੁਛ ਪੋਥੀਆਂ ਦੇ ਵਿੱਚ ਚਵਾਹੇਂਗੇ ਪਾਠ ਹੋਊਗਾ, 10ਵਾਂ ਦਾ ਪਾਠ ਹੈ ਇਹ, ਗੁਰੂ ਗ੍ਰੰਥ ਸਾਹਿਬ ਦਾ ਨਹੀਂ, ਚਵਾਹੇਂਗੇ ਪਾਠ ਹੁੰਦਾ। ਉਹ ਇੱਕ ਥਾਂ ਤੇ ਇਸ ਤਰ੍ਹਾਂ, ਤੇ ਮੈਂ ਉਹ ਪਾਠ ਦੂਸਰਾ ਪਾਠ ਕਰ ਦਿੱਤਾ, ਤੇ ਬਈ ਇੱਕ ਬੜਾ ਗਿਆਨੀ ਨਵਾਂ, ਉਹਨੇ ਫਿਰ ਕਹਿੰਦਾ ਬਾਅਦ 'ਚ ਘੋਟਾ ਲਾ ਕੇ, ਸਿੱਧੇ ਤੌਰ ਤੇ ਨਹੀਂ ਪਰ ਉਹ ਤਰੀਕੇ ਨਾਲ ਖੰਡਨ ਕੀਤੀ, ਤੇ ਉਹਨੇ ਜਵਾਨੀ ਕੰਠ ਕੀ ਕਹੇ, ਉਹਨੇ ਫਿਰ ਇਹ ਪੜ੍ਹਿਆ, ਜਲ ਕਹਾਂ ਥਲ ਕਹਾਂ, ਗਗਨ ਕੇ ਗੌਨ ਕਹਾਂ, ਕਾਲ ਕੇ ਬਨਾਏ ਸਭ ਕਾਲ ਹੀ ਚਬਾਹਾਂਗੇ। ਐਂ ਬੋਲਿਆ ਘੋਟ ਕੇ, ਮੈਨੂੰ ਸੁਣਾ ਅੱਗੇ। ਮੈਂ ਕਿਹਾ ਕੋਈ ਨਹੀਂ, ਤੂੰ ਮੂਰਖਤਾਈ ਕਰ ਲਈ ਭਾਈ, ਪਰ ਹੁਣ ਮੈਨੂੰ ਨਹੀਂ ਕਰਨੀ ਚਾਹੀਦੀ। ਇਹ 2 ਪਾਠ ਹੁੰਦੇ ਨੇ, ਕਿਹੜੇ ਪਾਠ ਹੁੰਦਾ, ਕਿਹੜਾ ਅਰਥ ਕਰ ਲਿਆ। ਹੁਣ ਇਹਦੇ 'ਚ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਹੈ। ਉਹ ਕੀ ਹੈ, ਕਹਿੰਦੇ ਵੀ ਜਿਸ ਵੇਲੇ ਭਗਵਾਨ ਕ੍ਰਿਸ਼ਨ ਜੀ ਨੇ ਖੇਲ ਵਰਤਾ ਦਿੱਤੀ, ਦਰਵਾਸ਼ੇ ਨੇ ਸਰਾਫ ਦੇ ਕੇ ਵੀ, ਉਹਨੇ ਗਲਤੀ ਤਾਂ ਬੱਚਿਆਂ ਦੀ ਵੀ ਸੀ, ਸਾਂਭੇ ਦੇ ਪੇਟ ਨੂੰ ਬਾਟਾ ਬੰਨ੍ਹ ਕੇ ਨਾ ਲੋਹੇ ਦਾ, ਤੇ ਜਾ ਕੇ ਦਰਵਾਸ਼ੇ ਦੇ ਕੋਲ ਕਹਿੰਦੇ ਜੀ ਦੱਸੋ, ਬੀਬੀਆਂ ਵਾਲੇ ਕੱਪੜੇ ਪਾ ਲਏ, ਆਪ ਵੀ ਪਾ ਲਏ, ਅੰਦਾੜੀਏ ਮੁੰਡੇ ਸੀ ਸਾਰੇ। ਆਖਿਆ ਜੀ ਇਹਨੂੰ ਕੀ ਜੰਮੂਗਾ, ਲੜਕਾ ਕਿ ਲੜਕੀ? ਕਹਿੰਦੇ ਬੱਚਿਓ ਜਾਓ, ਰਿਸ਼ੀਆਂ ਦੇ ਨਾਲ ਨਹੀਂ ਮਖੌਲ ਕਰੀਦਾ। ਕਹਿੰਦੇ ਨਹੀਂ ਗੁਰਦੇਵ, ਤੁਸੀਂ ਸਾਡੇ ਕੁਲ ਦੇ ਹੋ, ਸਾਡੇ ਭਗਵਾਨ ਕ੍ਰਿਸ਼ਨ ਦੇ ਗੁਰੂ ਹਨ, ਅਸੀਂ ਜਾਣਨਾ ਚਾਹੁੰਦੇ। ਇਹ ਸ਼ਰਮਾਤੀ ਹੈ, पूछना चाहती है कि बेटा होगा कि बेटी होगी। वो 2 बारी फिर तीसरी बार कहते बच्चे जाओ, ਉਹਨੂੰ ਵੀ ਆ ਗਿਆ ਕਰੋ, ਤੇ ਉਹ ਤਾਂ ਪਤਾ ਨਹੀਂ ਐਨੀ ਤਾਂ ਦੇਰ ਲਾਉਂਦਾ ਨਹੀਂ ਹੁੰਦਾ ਸ਼ਰਾਬ ਨੂੰ। ਕਹਿੰਦੇ ਜੀ ਦੱਸੋ ਜ਼ਰੂਰ। ਕਹਿੰਦਾ ਫਿਰ ਦੱਸਾਂ? ਕਹਿੰਦੇ ਹਾਂ। ਕਹਿੰਦੇ ਉਹ ਜੰਮੂਗਾ ਜਿਹੜੇ ਤੁਹਾਡੀ ਸਾਰੀ ਜਾਦਵਾਂ ਦੀ ਕੁੱਲ ਨੂੰ ਖਤਮ ਕਰ ਦੂਗਾ।
ਭਗਵਾਨ ਕ੍ਰਿਸ਼ਨ ਕੋਲ ਆਏ, ਕਹਿੰਦੇ ਜੀ ਐਂ ਕਹਿਤਾ, ਕਹਿੰਦੇ ਵੀ ਹੁਣ ਚੱਲ ਗਿਆ ਤੀਰ। ਉਹ ਬਾਟੇ ਨੂੰ ਰੇਤਿਆ, ਜਮਨਾ ਦੇ ਕਿਨਾਰੇ ਛੱਟਿਆ, ਦੱਬ ਜੰਮੀ, ਸ਼ਸਤਰਾਂ ਦਾ ਕੰਮ ਕਰੇ। 56 ਜਾਤ ਵੰਸ਼ ਵਿੱਚ 56 ਕਰੋੜ ਸ਼ਰਾਬ ਪੀ ਕੇ ਆਪਸ ਵਿੱਚ ਹੀ ਲੜ ਕੇ ਮਰ ਗਏ, ਕੱਲੇ ਰਹਿ ਗਏ ਭਗਵਾਨ ਕ੍ਰਿਸ਼ਨ। ਭਾਈ ਗੁਰਦਾਸ ਕੀ ਕਹਿੰਦੇ, ਜਾਏ ਸੁੱਤਾ ਪ੍ਰਵਾਸ ਵਿੱਚ ਗੋਡੇ ਉੱਤੇ ਪੈਰ ਪਸਾਰੇ, ਚਰਨ ਕਮਲ ਵਿੱਚ ਪਦਮ ਹੈ ਚਿਲਮਿਲ ਚਿਲਕੈ ਬਾਂਗੀ, ਝਲਕੈ ਬਾਂਗੀ ਤਾਰੇ, ਬਦਕ ਆਇਆ ਭਾਲਦਾ ਮਿਲ ਗਏ ਜਾਨ ਬਣ ਲੈ ਮਾਰੇ, ਦਰਸ਼ਨ ਡਿਠੋ ਸਜਾਏ ਕੇ ਕਰਨ ਪੁਲਾਵ ਕਰੇ ਪੁਕਾਰੇ, ਗਲ ਵਿੱਚ ਲਿੱਤਾ ਕ੍ਰਿਸ਼ਨ ਜੀ ਅਵਗੁਣ ਕੀਤੇ ਹਰ ਨਾ ਚਿਤਾਰੇ। ਤੀਰ ਮਾਰ ਵਾਲੇ ਨੂੰ ਗਲ ਚ ਲੈ ਲਿਆ ਬੁੱਕਲ ਚ, ਕਰ ਕਿਰਪਾ ਸੰਤੋਖਿਆ ਪਤਦੋ ਧਾਰਨ ਬਿਰਦ ਵਿਚਾਰੇ, ਭਲੇ ਭਲੇ ਕਰ ਮੰਨਿਆਨ ਬੁਰਿਆਂ ਦੇ ਹਰ ਕਾਜ ਸਵਾਰੇ, ਪਾਪ ਕਰੇਂਦੇ ਪਤਦੋ ਧਾਰੇ। ਉਹਨੂੰ ਨਾਲ ਹੀ ਲੈ ਗਏ ਬੈਕੁੰਠ ਨੂੰ। ਤਾਂ ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਨੇ ਹੁਕਮ ਕੀਤਾ ਅਰਜਨ ਨੂੰ, ਕਹਿੰਦੇ ਅਰਜਨ ਤੇਰੇ ਨਾਲ ਸਿੱਧੇ ਤੌਰ ਤੇ ਮੇਰੀ ਰਿਸ਼ਤੇਦਾਰੀ ਵੀ ਹੈ, ਸਾਲੇ ਭਣੋਈਏ ਦੀ ਰਿਸ਼ਤੇਦਾਰੀ ਸੀ। ਭਗਵਾਨ ਦੀ ਸਕੀ ਭੈਣ ਸੁਭਦਰਾ ਵਿਆਹੀ ਹੋਈ ਸੀ। ਵੀ ਮੇਰੀਆਂ ਗੋਪੀਆਂ ਬਰਲਾਪ ਕਰਦੀਆਂ ਨਾ ਵੀ ਤੂੰ ਮੇਰੇ ਜਾਣ ਤੋਂ ਬਾਅਦ ਇਹਨਾਂ ਨੂੰ ਤੈਂ ਸੰਭਾਲਣਾ। ਕਹਿੰਦਾ ਜੀ ਠੀਕ ਹੈ। ਉਹ ਅਰਜਨ ਸਾਸ ਜੀ ਗੋਪੀਆਂ ਨੂੰ ਲਈ ਜਾ ਰਿਹਾ ਸੀ। ਰਸਤੇ ਦੇ ਵਿੱਚ ਉਹ ਜਿਹੜਾ ਭੀਲ ਜਿਹਦਾ ਗੂਠਾ ਵੱਢ ਕੇ ਗੁਰੂ ਨੇ ਭੇਟਾ ਮੰਗੀ ਸੀ, ਤੇ ਉਹਨੂੰ ਰੜਕ ਸੀ ਵੀ ਮੈਨੂੰ ਆਪ ਇਹਦੇ ਗੁਰੂ ਨੇ ਧਨਸ਼ਤਾਰੀ ਸਭ ਤੋਂ ਬੜਾ ਸਰਬੋਤਮ ਧਨਸ਼ਤਾਰੀ ਬਣਾਉਣ ਵਾਸਤੇ ਮੇਰਾ ਗੂਠਾ ਵਢਾਇਆ। ਅਰਜਨ ਹੈ ਜਿਹਨੇ ਮੈਨੂੰ ਗੁਰੂ ਕੋਲ ਚੋਂ ਕਢਾਇਆ। ਇਕਲਵਿਆ ਉਹਦਾ ਨਾਮ ਸੀ। ਉਹ ਭੀਲਾਂ ਦੀ ਫੌਜ ਲੈ ਕੇ ਆ ਗਿਆ। ਕਹਿੰਦਾ ਅਰਜਨ ਆ ਜਾ ਹੁਣ ਤੂੰ, ਕਹਿੰਦਾ ਵੱਡੇ ਮਹਾਭਾਰਤ ਦੇ ਵਿੱਚ ਜਿੱਤਣ ਵਾਲਿਆ, ਅੱਖਾਂ 'ਚ ਤੀਰ ਮਾਰਨ ਵਾਲਿਆ, ਕਹਿੰਦੇ ਅੱਜ ਮੁਕਾਬਲਾ ਤੇਰੇ ਨਾਲ ਹੈ। ਮੈਂ ਵੀ ਉਸ ਸ਼ੇਰ ਦਾ ਸ਼ਿਸ਼ ਹਾਂ, ਮੈਨੂੰ ਗੁਰੂ ਕੋਲ ਚੋਂ ਕਢਾਇਆ ਸੀ। ਸਾਧ ਸੰਗਤ ਫਿਰ ਅਰਜਨ ਦੇ ਤੀਰਾਂ ਦਾ ਬਲ ਚੱਲਿਆ ਨਹੀਂ। ਗੋਪੀਆਂ ਖੋ ਲਈਆਂ। ਉੱਥੇ ਇੱਕ ਤਾਲ ਹੈ, ਗੋਪੀ ਤਾਲ ਕਹਿੰਦੇ ਇਹਨੂੰ। ਉਹਦੇ ਵਿੱਚ ਇੱਕ ਖੰਜਰ ਕੋਲ ਰੱਖਦੇ ਹੁੰਦੇ ਸੀ ਰਾਣੀਆਂ ਮਹਾਰਾਣੀਆਂ, ਵੀ ਜੇ ਕੋਈ ਬਫਤਾ ਪੈ ਜਾਏ। ਤੇ ਜਾਂ ਫਿਰ ਕੁੰਡ ਬਣਾਇਆ ਸੀ ਸੜਨ ਵਾਸਤੇ, ਬਹੁਤ ਸਾਰੇ ਥਾਂ ਤੇ ਅੱਜ ਵੀ ਦੇਖੇ ਜਾ ਸਕਦੇ ਨੇ। ਤੇ ਉਹਨੂੰ ਜੌਹਰ ਕੁੰਡ ਕਹਿੰਦੇ ਨੇ। ਤੇ ਉਹ ਅੱਗ ਲਾ ਕੇ ਬਰੂਦ ਭਰਿਆ ਹੁੰਦਾ ਸੀ, ਅੱਗ ਲਾ ਲੈਣੀ, ਸੜਕੇ ਮਰ ਜਾਣਾ। ਇਸੇ ਤਰ੍ਹਾਂ ਬਹੁਤ ਸਾਰੇ ਥਾਂ ਤੇ ਹੋਇਆ ਵਾ, ਦੇਖਿਆ। ਤੇ ਖੰਜਰ ਮਾਰ ਮਾਰ ਕੇ ਮਰ ਗਈਆਂ। ਜਿਹੜਾ ਖੂਨ ਡੁੱਲਿਆ ਉਹਦੀ ਹੁਣ ਹਿੰਦੂ ਲੋਕ ਉੱਥੇ ਜਾ ਕੇ ਤਿਲਕ ਲਾਉਂਦੇ ਨੇ, ਤੇ ਉਹਨੂੰ ਫਿਰ ਗੋਪੀ ਤਿਲਕ ਕਹਿੰਦੇ, ਗੋਪੀ ਚੰਦਨ ਕਹਿੰਦੇ ਨੇ। ਗੋਪੀ ਚੰਦਨ ਵੀ ਇਹ ਚੰਦਨ ਦੀ ਤਰ੍ਹਾਂ ਪਵਿੱਤਰ ਹੈ। ਉਸ ਵੇਲੇ ਕਿਆ ਕਹਿੰਦੇ, ਸਮਾਂ ਕਰੇ ਨਰ ਕਿਆ ਕਰੇ, ਸਮਾਂ ਸਮੇਂ ਸਮਰੱਥ, ਬਹਿ ਅਰਜਨ ਬਹਿ ਗੋਪੀਆਂ, ਬਹੀ ਧਨੁਸ਼ ਬਹਿ ਹੱਥ ਹਾਰ ਗਿਆ। ਅਰਜਨ ਵੀ ਸਮਾਪਤ ਹੋ ਗਿਆ। ਸੋ ਇਸ ਕਰਕੇ ਉਹ ਕਹਿੰਦਾ ਵੀ ਸਮਾਂ ਬਲਵਾਨ ਹੈ, ਸਮੇਂ ਅਨੁਸਾਰ। ਉਹ ਇਸ ਤਰ੍ਹਾਂ ਗਾਉਂਦਾ ਹੈ, ਗਾਵੇ ਕੋ ਜੀ ਲੈ ਫਿਰਦੇ ਹੈ ਕੋਈ ਕੌਣ, ਜੈਮਨ ਰਿਸ਼ੀ। ਇਹ ਪੂਰਵ ਮਿਆਸਾ ਸ਼ਾਸਤਰ ਦਾ ਕਰਤਾ ਹੈ, ਇਹ ਕਰਮਵਾਦੀ ਹੈ। ਉਹ ਕਹਿੰਦਾ ਵੀ ਚੰਗੇ ਮੰਦੇ ਕਰਮਾਂ ਅਨੁਸਾਰ ਸੁੱਖ ਦੇ ਦੁੱਖ, ਜੰਮਣ ਤੇ ਮਰਨਾ, ਬਰਮਾ ਵਿਸ਼ਨੂੰ ਸ਼ਿਵ ਜੀ ਇਹਨਾਂ ਦੇ ਆਕਾਰ ਵੀ ਕਰਮਾਂ ਕਰਕੇ ਬਣੇ ਨੇ। ਇਹ ਕਰਮਾਂ ਅਨੁਸਾਰ ਜੀਵ ਦੇਹ ਨੂੰ ਲੈ ਲੈਂਦਾ, ਪ੍ਰਲਬਧ ਪੂਰੀ ਹੋਣ ਤੋਂ ਦੇਹ ਨੂੰ ਛੱਡ ਦਿੰਦਾ ਹੈ। ਜੀ ਲੈ ਫਿਰ ਦੇਹ, ਤੇ ਫਿਰ ਕਰਮ ਅਨੁਸਾਰ ਫੇਰ ਦੇਹ ਪ੍ਰਾਪਤ ਹੁੰਦੀ ਹੈ। ਇਉਂ ਜੈਮਨ ਰਿਸ਼ੀ ਜਿਹੜਾ ਪੂਰਵ ਮਾਸਾ ਦਾ ਕਰਤਾ ਹੈ, ਉਹ ਪਰਮਾਤਮਾ ਨੂੰ ਕਰਮ ਫਲ ਦਾਤਾ ਜਾਣ ਕੇ ਗਾਉਂਦਾ ਹੈ। ਉਹਦੀ ਸੁਰਤੀ ਹੈ, ਅਵਸ਼ ਮੇ ਭੁਗਤਿਅੰ ਕਿਰਤੰ ਕਰਮੰ ਸੁਭਾ ਸੁਭੰ। ਤੇ ਉਹ ਕਹਿੰਦੇ ਸ਼ੁਭ ਤੇ ਸ਼ੁਭ ਅਭੁਗਤੂ ਨਾ ਕੀਅਤੇ, ਕੋਟ ਜਨਮ ਜਦੀਪ ਤੇ, ਕਰੋੜਾਂ ਜਨਮ ਬਜਣ ਕਰਮ ਪੈਂਡਾ ਨਹੀਂ ਛੱਡੇਗਾ। ਉਹ ਇਸ ਤਰੀਕੇ ਦੇ ਨਾਲ ਗਾਉਂਦਾ ਹੈ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵੰਤ। ਗਾਵੇ ਕੋ ਜਪ ਦਿਸੈ ਦੂਰ, ਕੋਈ ਕੌਣ, ਪਤੰਜਲੀ ਇਹ ਰਿਸ਼ੀ ਦਾ ਨਾਂ ਹੈ। ਮੇਰੇ ਖਿਆਲ ਹੈ ਇਹ ਨਾਂ ਤਾਂ ਤੁਹਾਨੂੰ ਸਾਰਿਆਂ ਨੂੰ ਬੱਚਿਆਂ ਤੋਂ ਲੈ ਕੇ ਪਤਾ ਹੀ ਹੋਊਗਾ ਵੀ ਪਤੰਜਲੀ ਕੌਣ ਹੈ, ਕੀ ਹੈ। ਤੇ ਪਤੰਜਲ ਯੋਗ ਸ਼ਾਸਤਰ ਦਾ ਕਰਤਾ ਜੀ। ਉਹ ਯੋਗਾ ਕਰਾਉਂਦਾ ਹੈ। ਕੋਈ ਉਸ ਅਨੁਸਾਰ ਗਾਵੇ, ਪ੍ਰਭੂ ਨੂੰ ਜਾਪੇ ਜਾਣਨ ਤੋਂ, ਤੇ ਦਿਸਣ ਤੋਂ ਦੂਰ ਹੈ। ਉਹ ਕਹਿੰਦਾ ਪਤੰਜਲ ਇਹ ਰਿਸ਼ੀ ਜਿਹੜਾ ਸੀ, ਇਹ ਸ਼ੇਸ਼ਨਾਗ ਦਾ ਅਵਤਾਰ ਹੈ ਮੰਨਿਆ, ਤੇ ਇਹ ਈਸ਼ਵਰਵਾਦ ਵੀ ਹੈ, ਰੱਬ ਨੂੰ ਮੰਨਦਾ ਹੈ। ਉਹ ਇੱਕ ਦੇਸ਼ੀ ਮੰਨਦਾ, ਇਹ ਮੰਨਦਾ ਉਸ ਅਨੁਸਾਰ ਬ੍ਰਹਮ ਲੋਕ ਦੀ ਪ੍ਰਾਪਤੀ ਜਿਹੜੀ ਹੈ ਉਹਦੀ ਭਗਤੀ ਕਰਕੇ ਮੁਕਤੀ ਬ੍ਰਹਮ ਲੋਕ ਦੀ ਪ੍ਰਾਪਤੀ ਨੂੰ ਮੰਨਦਾ ਹੈ। ਯੋਗ ਸਾਧਨਾ ਦੁਆਰਾ
ਤੇ ਉਹ ਕਹੀਏ ਜਿਸਾ ਜੋਗਾਸ ਚਿਤ ਬਿਰਤੀ ਨਿਰੋਧਾ। ਇਹਦਾ ਮਤ ਹੈ ਕਿ ਪ੍ਰਭੂ ਦੀ ਪ੍ਰਾਪਤੀ ਹਠ ਯੋਗ, ਯਮ ਨੇਮ ਆਸਣ ਪ੍ਰਾਣਾਯਾਮ ਪ੍ਰਾਤਾਹਾਰ ਧਾਰਨਾ ਧਿਆਨ ਸਮਾਧੀ, ਇਹ ਮੰਨੀਆਂ। ਇਹਨੂੰ ਕਹਿੰਦੇ ਨੇ ਯੋਗਾ ਅਸਲ ਦੇ ਵਿੱਚ। ਇਕੱਲੀਆਂ ਲੱਤਾਂ ਬਾਹਾਂ ਲਾਉਣ ਨੂੰ ਯੋਗਾ ਨਹੀਂ ਕਹਿੰਦੇ, ਹੈ ਉਹ ਵੀ ਯੋਗ ਦਾ ਅਸਲੀ ਤਾਂ ਯੋਗ ਆ ਹੈ। ਯੋਗਾ ਚਿਤ ਬਿਰਤੀ ਨਹੀਂ ਹੁੰਦਾ। ਯਮ ਨੇਮ ਆਸਣ ਤ੍ਰਿਤੀ ਪ੍ਰਾਣਾਯਾਮ ਪ੍ਰਤਹਾਰ ਧਾਰਨਾ ਤਾਨ ਸਮਿਆਦ ਜੁਤ ਅਸ਼ਟਾਂਗ ਸੋ ਜੋਗ ਆਧਾਰ। ਜੋਗ ਤੋਂ ਬਿਨਾਂ ਪਰਮੇਸ਼ਰ ਜਾਪਿਆ ਜਾਣਨ ਤੋਂ ਦਿਸੈ ਦੁਸਣ ਤੋਂ ਦੂਰ ਹੈ। ਇਉਂ ਪਤੰਜਲ ਲਿਖੀ ਯੋਗ ਸ਼ਾਸਤਰ ਦਾ ਕਰਤਾ ਪਰਮੇਸ਼ਰ ਨੂੰ ਇਸ ਤਰੀਕੇ ਨਾਲ ਗਾਵੇ ਗਾਉਂਦਾ ਹੈ। ਗਾਵੇ ਕੋ ਵੇਖੈ ਹਾਦਰ ਦੂਰ। ਉਹ ਕੋਈ ਕੌਣ? ਵੇਦਾਂਤ ਦਾ ਕਰਤਾ ਬਿਆਸ ਰਿਖੀ। ਉਹ ਪ੍ਰਭੂ ਦੇ ਜਸ ਨੂੰ ਗਾਵੇ ਗਾਉਂਦਾ ਹੈ। ਉਹ ਕਿਵੇਂ ਗਾਉਂਦਾ ਹੈ? ਹਾਦਰਾ ਹਦੂਰ ਵੇਖ ਕਰਕੇ ਕਿ ਰੱਬ ਨੇੜੇ ਤੋਂ ਨੇੜੇ ਹੈ, ਆਤਮਾ ਰੂਪ ਹੈ, ਸਭ ਦੇ ਵਿੱਚ ਹੈ। ਇਹਦੇ ਅਨੁਸਾਰ ਦ੍ਰਿਸ਼ਟਾ ਦ੍ਰਿਸ਼ਟ ਦੋ ਪਦਾਰਥਾ। ਤੇ ਉਹ ਕਹਿੰਦਾ ਹੈ ਵੀ ਇੱਕ ਦੋ ਪਦਾਰਥ ਨੇ, ਇੱਕ ਦ੍ਰਿਸ਼ ਦੇਖਣ ਵਾਲਾ, ਇੱਕ ਦ੍ਰਿਸ਼ਟਾ ਦੇਖਣ ਵਾਲਾ। ਇਹਦੇ ਅਨੁਸਾਰ ਦ੍ਰਿਸ਼ ਮਿਥਿਆ, ਦ੍ਰਿਸ਼ਟਾ ਸੱਤਿਆ। ਇਸ ਪ੍ਰਕਾਰ ਵੇਦਾਂਤ ਸ਼ਾਸਤਰ ਦਾ ਕਰਤਾ ਬਿਆਸ ਵੇਖੀ ਬ੍ਰਹਮ ਨੂੰ ਹਾਦਰ ਹਦੂਰ ਨੇੜੇ ਤੋਂ ਨੇੜੇ ਆਪਣਾ ਆਤਮਾ ਸਰੂਪ ਕਰਕੇ ਦੇਖ ਕੇ ਗਾਵੇ ਗਾਉਂਦਾ ਹੈ। ਸੋਲੇ ਨਾਮ ਦੀ ਬਾਣੀ ਦੇ ਵਿੱਚ ਮਹਾਰਾਜ ਨੇ ਜਦੋਂ ਸਿੱਖਾਂ ਨੇ ਪੁੱਛਿਆ ਸਾਨੂੰ 6 ਸ਼ਾਸਤਰਾਂ 'ਚ ਕਿਹੜਾ ਪੜ੍ਹਨਾ ਚਾਹੀਦਾ ਹੈ, ਮਹਾਰਾਜ ਕਹਿੰਦੇ ਬਾਬਾ ਜੈ ਕਰ ਕਰਤੇ ਕੀਰਤ ਹੋਏ। ਉਹ ਵਿਆਪਕ ਪ੍ਰਭੂ ਨੂੰ ਕੌਣ ਗਾਉਂਦਾ ਹੈ? ਵੇਦਾਂਤ ਸ਼ਾਸਤਰ। ਕਹਿੰਦੇ ਇਹ ਗੁਰਮਤ ਦੇ ਨਾਲ ਮਿਲਦਾ ਹੈ, ਇਹ ਗੁਰਬਾਣੀ 'ਚ ਬੇਅੰਤ ਵੇਦਾਂਤ ਹੈ, ਤਾਂ ਵੇਦਾਂਤ ਪੜ੍ਹਨਾ ਪੈਂਦਾ। ਸੋ ਇਸ ਕਰਕੇ ਸਾਧ ਸੰਗਤ ਜੀ ਉਹ ਇਸ ਤਰੀਕੇ ਨਾਲ ਗਾਵੇ ਗਾਉਂਦਾ ਹੈ। ਕਥਨਾ ਕਥੀ ਨਾ ਆਵੇ ਟੋਟ। ਹੇ ਸਿਧੋ ਇਸ ਢੰਗ ਦੇ ਨਾਲ 6 ਸ਼ਾਸਤਰਾਂ ਵਾਲੇ ਪ੍ਰਮਾਤਮਾ ਨੂੰ ਗਾਉਂਦੇ ਨੇ, ਪਰ ਸ਼ਕਤੀ ਬਿਰਤੀ ਕਰਕੇ ਕਥਨ ਕਰਨ ਦੇ ਨਾਲ ਤੋਟ ਘਾਟਾ ਨਹੀਂ ਆਉਂਦਾ ਔਰ ਨਾ ਜਾਣਿਆ ਜਾਂਦਾ। ਉਹ ਲਿਖਣਾ ਬਿਰਤੀ ਦੁਆਰਾ ਹੀ ਜਾਣਿਆ ਜਾਂਦਾ ਹੈ। ਬਿਰਤੀਆਂ ਕਿਤੇ ਫੇਰ ਖੁੱਲ ਜਾਣਗੀਆਂ। ਜਹਤੀ ਜਹਤੀ ਭਾਗ ਤਿਆਰ ਜਿਹੜੀਆਂ ਲੱਛਣ ਹਨ ਨਾ, ਇਹ ਬਾਅਦ ਦੇ ਵਿੱਚ ਸਾਧ ਸੰਗਤ ਕਰਨ ਵਾਲੀ, ਇਕੱਠਾ ਫਿਰ ਭਜਨ ਚੰਗਾ ਨਹੀਂ ਹੁੰਦਾ। ਕਥਨਾ ਕਥੀ ਨਾ ਆਵੇ ਤੋਟ, ਕੋਈ ਘਾਟਾ ਨਹੀਂ ਆਉਂਦਾ, ਉਹ ਕਥਾ ਦੀ ਅੰਤ ਨਹੀਂ ਪਾ ਸਕਦਾ। ਕਥ ਕਥ ਕਥੀ ਕੋਟੀ ਕੋਟ ਕੋਟ। ਇਹ ਪੁਰਾਣਾਂ ਦੇ ਰਚਣ ਵਾਲੇ ਸਾਖ ਨਿਆਏ ਪੂਰਮਾਸਾ ਜੋਗ ਪਤੰਜਲ ਵਿਦਿਆਂਤ ਸ਼ਾਸਤਰ ਸਾਰਿਆਂ ਦੇ ਕੋਟੀ ਕਰੋੜਾਂ ਜੁਗਤੀਆਂ ਦੇ ਕਥਨ ਕਰਨ ਵਾਲੇ ਕਰੋੜਾਂ ਕਰੋੜਾਂ ਵਾਰ ਕੋਟਾਨ ਕੋਟ ਜੁਗਤੀਆਂ ਨਾਲ ਕਥਨ ਕਰਦੇ ਨੇ, ਪਰ ਕਥਨ ਕਰਨ ਦਾ ਤੋਟਾ ਘਾਟਾ ਨਹੀਂ ਆਉਂਦਾ। ਭਾਵ ਇਹ ਹੈ ਕਿ ਉਹਦਾ ਅੰਤ ਪਾਇਆ ਨਹੀਂ ਜਾ ਸਕਦਾ, ਉਹਦੀ ਕਥਾ ਬੇਅੰਤ ਹੈ। ਤੇ ਫਿਰ ਸਿੱਖਾਂ ਨੇ ਪ੍ਰਸ਼ਨ ਕੀਤਾ ਤੇ ਸਿੱਧਾਂ ਦਾ ਅਰਮਲ ਮੈਂ, ਹੇ ਸਤਿਗੁਰੂ ਜੀ ਜਿਹੜੇ ਪਰਮੇਸ਼ਰ ਦੇ ਜਸ ਨੂੰ ਗਾਉਂਦੇ ਨੇ ਤੇ ਉਹਨਾਂ ਨੂੰ ਹੁਣ ਇਹ ਦੱਸ ਦਿਓ, ਸਾਡੀ ਗੱਲ ਸਮਾਪਤ ਹੈ, ਵੀ ਫਲ ਕੀ ਮਿਲਦਾ ਹੈ, ਗਾਉਣ ਵਾਲਿਆਂ ਨੂੰ ਫਲ ਕੀ ਮਿਲਦਾ ਹੈ। ਫਿਰ ਮਹਾਰਾਜ ਸਾਹਿਬ ਜੀ ਫਿਰ ਇਸੇ ਪੌੜੀ ਦੁਆਰਾ ਕਥਨ ਕਰਦੇ ਨੇ, ਸੁਣੋ ਜੀ। ਗਾਵੇ ਕੋ ਤਾਣ ਹੋਵੇ ਕਿਸੈ ਤਾਣ। ਕੋ ਕਿਸੇ ਨੂੰ ਉਸ ਵਾਹਿਗੁਰੂ ਦੇ ਗੁਣਾਂ ਨੂੰ ਤਾਣ ਬਲ ਦੀ ਪ੍ਰਾਪਤੀ ਵਾਸਤੇ ਗਾਵਿਆ, ਵੀ ਮੈਨੂੰ ਤਾਕਤ ਮਿਲ ਜਾਏ, ਬਲ ਮਿਲ ਜਾਏ, ਬਲ ਦੀ ਪ੍ਰਾਪਤੀ ਹੋ ਜਾਵੇ। ਤੇ ਜਿਵੇਂ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਾ ਸਿਰ ਘਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇ ਸੀ ਪਕੜ ਗਰਾਇਆ। ਇਹ ਤੇਰੇ ਕੋਲੋਂ ਹੀ ਬਲ ਲਏ ਮਹਾਰਾਜ। ਤੇ ਇਸ ਕਰਕੇ ਬਰਮਾ ਨੂੰ ਹੰਕਾਰ ਹੋ ਗਿਆ ਸੀ ਵੀ ਮੈਂ ਇਕੱਲਾ ਹੀ ਹਾਂ। ਤੇ ਮਹਾਰਾਜ ਸਾਹਿਬ ਨੇ 36 ਯੁੱਗ ਨਾਲੀ ਦੇ ਚ ਘੁਮਾਇਆ, 18 ਯੁੱਗ ਹੇਠਾਂ ਜਾਂਦਿਆਂ ਨੂੰ, 18 ਯੁੱਗ ਉੱਪਰ ਆਉਂਦਿਆਂ ਨੂੰ ਲੋਗੇ। ਫਿਰ ਮੁੜ ਕੇ ਕਹਿੰਦਾ ਜੀ ਮੈਂ ਭੁੱਲ ਗਿਆ, ਹੁਣ ਤੁਸੀਂ ਮੇਰੇ ਤੇ ਕਿਰਪਾ ਕਰੋ, ਮੇਰੀ ਚ ਤਾਂ ਸ਼ਕਤੀ ਕੋਈ ਨਹੀਂ ਰਹੀ। ਕਹਿੰਦੇ ਤਪ ਕਰ ਤਪ ਕਰ ਤਪ ਕਰ, 3 ਵਾਰੀ ਆਵਾਜ਼ ਆਈ। ਸ੍ਰੀ ਨਾਨਕ ਪ੍ਰਕਾਸ਼ ਲਿਖੇ, ਤੇਰੇ ਕੋਲੋਂ ਸ੍ਰਿਸ਼ਟੀ ਬਣਵਾਉਣੀ ਸੀ, ਤੂੰ ਹੰਕਾਰ ਕਰਕੇ ਤਾਕਤ ਖਤਮ ਕਰ ਲਈ। ਫਿਰ ਇਸ ਨੇ 10 ਲੱਖ ਬਰੇ ਤਪ ਕੀਤਾ, 10 ਲੱਖ ਥੋੜੇ ਨਹੀਂ ਹੁੰਦੇ। ਫਿਰ ਤਾਕਤ ਆ ਗਈ ਪ੍ਰਮਾਤਮਾ ਦੇ ਚਿੰਤਨ ਕਰਕੇ। ਫਿਰ ਇਸ ਨੇ ਸ੍ਰਿਸ਼ਟੀ ਜਿਹੜੀ ਆ ਉਹ ਰਚਣ ਦੀ ਤਾਕਤ ਇਹਦੇ ਵਿੱਚ ਹੋ ਗਈ, ਸ੍ਰਿਸ਼ਟੀ ਰਚੀ। ਪਹਿਲਾਂ ਆਪਣੇ ਸੰਕਲਪ ਦੇ ਨਾਲ ਅਣਜਾਣ ਸੰਗਿਆ ਵਾਲੇ 33 ਕਰੋੜ ਦੇਵਤੇ ਪੈਦਾ ਕੀਤੇ, ਐਡੀ ਤਾਕਤ ਸੀ। 33 ਕਰੋੜ ਦੇਵਤੇ ਅਣਜਾਣ ਸੰਗਿਆ ਵਾਲੇ ਪੈਦਾ ਕੀਤੇ। ਫਿਰ ਸ੍ਰਿਸ਼ਟੀ ਦੀ ਰਚਨ ਤੋਂ ਬਾਅਦ ਫਿਰ ਇਹਨੇ ਬਰਮਾ ਨੇ ਅਸਥੂਲ ਸ੍ਰਿਸ਼ਟੀ ਜਿਹੜੀ ਹੈ ਉਹ ਸਾਸ ਸੀ। ਇਹ ਬਲ ਪ੍ਰਾਪਤ ਕਿੱਥੋਂ ਕੀਤਾ? ਪਰਮਾਤਮਾ ਦਾ ਚਿੰਤਨ ਕਰਕੇ। ਕੋਈ ਇਸ ਤਰ੍ਹਾਂ ਗਾਉਂਦਾ ਬਲ ਪ੍ਰਾਪਤ ਕਰਨ ਲਈ, ਉਹਨੂੰ ਬਲ ਪ੍ਰਾਪਤ ਹੋਣ ਰੂਪ ਫਲ ਮਿਲ ਜਾਂਦਾ ਹੈ। ਗਾਵੇ ਕੋ ਦਾਤ ਜਾਣੈ ਨਿਸ਼ਾਨ। ਤੇ ਜਿਸ
ਪੁਰਸ਼ ਨੇ ਧਰਮ ਅਰਥ ਕਾਮ ਮੋਖ ਇਹ ਦਾਤਾਂ ਵਾਸਤੇ, ਇਹਦੀ ਪ੍ਰਾਪਤੀ ਵਾਸਤੇ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਹੈ, ਉਹਨੂੰ ਉਹੀ ਦਾਤਾਂ ਦੀ ਪ੍ਰਾਪਤੀ ਵਾਹਿਗੁਰੂ ਪਾਸੋਂ ਹੋ ਜਾਂਦੀ ਹੈ। ਜਿਨ੍ਹਾਂ ਨੇ ਦੁਨਿਆਵੀ ਦਾਤਾਂ ਮੰਗਣ ਲਈ ਪ੍ਰਵੇਸ਼ ਦੇ ਜਸ ਨੂੰ ਗਾਵੇ ਗਾਉਣਾ ਕੀਤਾ ਹੈ, ਅਰਾਧਨਾ ਕੀਤਾ ਹੈ, ਉਹਨੂੰ ਉਹ ਦਾਤਾਂ ਦਾ ਨਿਸ਼ਾਨ ਪ੍ਰਗਟ ਹੋ ਜਾਂਦੇ ਨੇ, ਫਿਰ ਉਹ ਗਾਉਂਦਾ ਹੈ ਜਾਣੈ ਨਿਸ਼ਾਨ। ਜਿਨ੍ਹਾਂ ਦੇ ਉਸ ਵਾਹਿਗੁਰੂ ਸਰੂਪ ਨੂੰ ਨਿਸ਼ਾਨ ਪ੍ਰਗਟ ਕਰਕੇ ਜਾਣਨ ਦੇ ਲਈ ਗਾਵੇ ਗਾਇਆ, ਉਹਨਾਂ ਨੂੰ ਆਪਣੇ ਸਰੂਪ ਦੀ ਸਿਖਿਆਤਾ ਹੋ ਜਾਂਦੀ ਹੈ। ਜਿਵੇਂ ਭਾਈ ਨੰਦ ਲਾਲ ਜੀ ਨੇ ਇਸ ਅਵਸਥਾ ਵਿੱਚ ਪਹੁੰਚ ਕੇ ਤੇ ਫਿਰ ਉਹਨਾਂ ਦਾ ਗੰਜਨਾਮਾ ਭਾਈ ਸਾਹਿਬ ਦਾ ਗ੍ਰੰਥ ਨੇ, ਵੈਸੇ ਤਾਂ ਨੌਨ, ਉਹ ਕਹਿੰਦੇ ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਇਹ ਫਿਰ ਦ੍ਰਿਸ਼ਟੀ ਹੋ ਜਾਂਦੀ ਹੈ। ਇਹ ਸਾਰੀਆਂ ਤਾਕਤਾਂ ਇੱਥੋਂ ਮਿਲਦੀਆਂ। ਇਹ ਫਲ ਹੈ ਜੀ ਗਾਵੇ ਕੋ ਗੁਣ ਵਡਿਆਈਆ ਚਾਰ। ਜਿਨ੍ਹਾਂ ਨੇ ਸਤ ਸੰਤੋਖ ਦਇਆ ਧਰਮ ਗੁਣਾਂ ਦੀ ਪ੍ਰਾਪਤੀ ਦੇ ਲਈ ਵਾਹਿਗੁਰੂ ਦੇ ਸਿਮਰਨ ਨੂੰ ਕੀਤਾ ਹੈ, ਗਾਵੇ, ਉਹਨਾਂ ਨੂੰ ਸਾਰੇ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਧੰਨ ਧੰਨ ਭਾਗ ਤਿਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ। ਵਡਿਆਈਆ ਚਾਰ, ਜਿਨ੍ਹਾਂ ਦੇ ਚਾਰ ਸੁੰਦਰ ਵਡਿਆਈਆਂ ਦੀ ਪ੍ਰਾਪਤੀ ਲਈ ਗਾਉਣਾ ਕੀਤਾ ਹੈ, ਸੁੰਦਰ ਵਡਿਆਈਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾਂ ਕੀ ਵਡਿਆਈਆ, ਤੁਧ ਮੈਨੇ ਸਿੱਧੀ ਕਿਨੇ ਨਾ ਪਾਈਆ। ਹਰ ਭਗਤਾਂ ਦੀ ਵਡਿਆਈ ਗਰੀਬ ਅਨਾਥਿਆ ਵਡਿਆਈ ਦੇ ਦਿੰਦਾ। ਹਰ ਆਪਣੀ ਭਗਤ ਕਰਾਏ ਵਡਿਆਈ ਵੇਖਾਲੀ ਹਨ, ਤੇ ਇਸ ਪ੍ਰਕਾਰ ਦੇ ਦਿੰਦਾ। ਇਹ ਫਲ ਹੈ ਗਾਵੇ ਕੋ ਵਿਦਿਆ ਵੇਖਣ ਦੀ ਚਾਰ। ਜਿਨ੍ਹਾਂ ਨੇ ਵੇਖਣ ਕਠਨ ਔਖੀ ਵਿਦਿਆ ਦੀ ਪ੍ਰਾਪਤੀ ਲਈ ਵਾਹਿਗੁਰੂ ਨੂੰ ਗਾਉਣਾ ਕੀਤਾ, ਉਹਨਾਂ ਨੂੰ ਉਹ ਕਠਨ ਵਿਦਿਆ ਦੀ ਪ੍ਰਾਪਤੀ, ਇਹ ਫਲ ਹੈ, ਇਹ ਹੋ ਜਾਂਦੀ ਹੈ। ਗਾਵੇ ਕੋ ਸਾਜ ਕਰੇ ਤਨਖੇ। ਕੋ ਕਿਸੇ ਨੇ ਆਤਮ ਗਿਆਨ ਦੇ ਲਈ ਸਾਜ ਸਾਜਣਾ ਵਾਸਤੇ, ਆਤਮ ਗਿਆਨ ਸਾਜਣ ਵਾਸਤੇ, ਤਨ ਸਰੀਰ ਦੇ ਅਭਿਮਾਨ ਨੂੰ ਖੇ ਨਾਸ ਕਰਨ ਵਾਸਤੇ, ਦੇ ਅਧਿਆਸ ਨੂੰ ਗਾਵਿਆ ਸਿਮਰਿਆ। ਉਹ ਪੁਰਸ਼ ਤਨ ਮਿਥਿਆ ਜਾਣਨ ਦੇ ਲਈ ਤੇ ਫਿਰ ਸਤ ਨਿਰਤ ਨੂੰ ਬੂਝਣ ਵਾਸਤੇ, ਸ੍ਰੇਸ਼ਟ ਬੁੱਧ ਗਿਆਨ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਗਾਇਆ ਸੀ, ਤੇ ਉਹਨਾਂ ਨੂੰ ਇਹ ਪ੍ਰਾਪਤੀ ਹੋ ਗਈ। ਤੇ ਉਹਨਾਂ ਦੇ 'ਚ ਅਨੇਕਾਂ ਗੁਰਸਿੱਖ ਬੜੇ ਬੜੇ ਤਤਵੇ ਤੇ ਹੋਏ ਸ਼ਹੀਦੀਆਂ ਦਾ ਪ੍ਰਾਪਤ ਕਰਦਿਆਂ ਦੇਹ ਅਧਿਆਸ ਖੇ ਨਾਸ ਕਰਨ ਲਈ ਗਾਇਆ ਸੀ। ਉਹਨਾਂ ਦਾ ਦੇਹ ਅਧਿਆਸ ਖਤਮ ਹੋ ਗਿਆ, ਤੇ ਇਸ ਪ੍ਰਕਾਰ ਇਹ ਫਲ ਮਿਲਦਾ ਹੈ। ਗਾਵੇ ਕੋ ਜੀਵ ਲੈ ਫਿਰ ਦੇਹ। ਜਿਨ੍ਹਾਂ ਨੇ ਪਰ ਕਾਇਆ ਪ੍ਰਵੇਸ਼ ਸਿੱਧੀ ਦੁਆਰਾ ਗਾਵੇ ਗਾਉਣਾ ਕੀਤਾ ਵੀ ਮੈਨੂੰ ਇਹ ਬਲ ਮਿਲ ਜਾਏ, ਮੈਂ ਆਪਣੇ ਜਿਸਮ ਚੋਂ ਆਪਣੀ ਜੀਵਾਤਮਾ ਦੂਜੇ ਦੇ ਸਰੀਰ ਵਿੱਚ ਪ੍ਰਵੇਸ਼ ਕਰ ਦਿਆਂ। ਜਿਵੇਂ ਅਮਰੂ ਰਾਜੇ ਦੀ ਦੇਹ ਵਿੱਚ ਰਾਜੇ ਸ਼ਿਵਨਾਭ ਦਾ ਪਿਤਾ ਸੀ, ਮਛੰਦਰਨਾਥ ਜਾ ਕੇ ਬੜਿਆ, ਗੋਰਖਨਾਥ ਤੋਂ ਕੱਢ ਕੇ ਲਿਆਂਦਾ। ਇਹਦੀਆਂ ਬੜੀਆਂ ਸਾਖੀਆਂ ਆਉਂਦੀਆਂ। ਤੇ ਫਿਰ ਮਹਾਰਾਜ ਸਾਹਿਬ ਦੇ ਚਰਨੀ ਲਿਆ ਕੇ ਪਾਇਆ ਸੀ ਗੋਰਖਨਾਥ ਨੇ। ਮਹਾਰਾਜ ਨੇ ਰਾਮਕਲੀ ਰਾਗ 'ਚ ਸ਼ਬਦ ਉਚਾਰਨ ਕੀਤਾ, ਲੜੀਵਾਰ 'ਚ ਅੱਗੇ ਆ ਹੀ ਜਾਣਾ। ਮਹਾਰਾਜ ਕਹਿੰਦੇ ਸੁਣ ਮਾਸ਼ੰਦਰਾ ਨਾਨਕ ਬੋਲੇ ਬਸਕਤ ਪੰਚ ਕਰੇ ਨਹੀਂ ਡੋਲੇ, ਐਸੀ ਜੁਤ ਜੋਗ ਕੋ ਪਾਲੇ ਆਪ ਤਰੇ ਸਗਲੇ ਕੁਲ ਤਾਰੇ, ਸੋ ਅਦੂਤੀ ਐਸੀ ਮਤ ਪਾਵੈ ਐਨਸ ਸੁਨ ਸਮਾਤ ਸਮਾਵੈ ਰਹਾਓ। ਭਿਖਿਆ ਪਾਈ ਭਗਤ ਪੈ ਚੱਲੈ, ਹੋਵੇ ਸੋ ਤ੍ਰਿਪਤ ਸੰਤੋਖ ਅਮੁਲੈ, ਧਿਆਨ ਰੂਪ ਹੋਏ ਆਸਣ ਪਾਵੈ, ਸੱਚ ਨਾਮ ਤਾੜੀ ਚਿਤ ਲਾਵੈ। ਨਾਨਕ ਬੋਲੇ ਅੰਮ੍ਰਿਤ ਬਾਣੀ, ਸੁਣ ਮਾਸ਼ੰਦਰਾ ਔਦੂ ਨਿਸ਼ਾਨੀ। ਐਵੇਂ ਸੁਆਹ ਮਲ ਕੇ ਔਦੂ ਕਿਵੇਂ ਬਣ ਗਿਆ ਤੂੰ? ਵਿਸ਼ੇ ਭੋਗਦਾ ਫਿਰਦਾ, ਪਦਮਣੀਆਂ ਦੇ ਸੁਖ ਭੋਗੇ ਨਾ। ਤੋ ਜਿਨ੍ਹਾਂ ਨੇ ਪਰ ਕਾਇਆ ਪ੍ਰਵੇਸ਼ ਸਿੱਧੀ ਦੀ ਪ੍ਰਾਪਤੀ ਲਈ ਉਹਦੀ ਵੀ ਮੈਨੂੰ ਇਹ ਪ੍ਰਾਪਤ ਹੋ ਜਾਵੇ ਗਾਇਆ, ਉਹਨੂੰ ਇਹ ਫਲ ਮਿਲ ਗਿਆ। ਪਰ ਕਲਿਆਣ ਤਾਂ ਨਹੀਂ ਹੋਈ, ਕਲਿਆਣ ਤਾਂ ਗੁਰੂ ਨਾਨਕ ਨਹੀਂ ਦਿੱਤੀ, ਗੁਰੂ ਇਹ ਦਿੰਦਾ। ਫਿਰ ਇਸ ਕਰਕੇ ਫਿਰ ਗਾਉਂਦੇ ਉਹ ਵੀ ਨਹੀਂ, ਫਲ ਉਹਨਾਂ ਨੂੰ ਮਿਲਦਾ। ਗਾਵੇ ਕੋ ਜਾਪੈ ਦਿਸੈ ਦੂਰ। ਜਿਨ੍ਹਾਂ ਨੇ ਪਰਮੇਸ਼ਰ ਦੇ ਸਰੂਪ ਨੂੰ ਦੂਰ ਤੇ ਨੇੜੇ ਦਾ ਫਰਕ ਰਹਿਤ ਇਹ ਛੱਡੀ ਦਿੱਤਾ ਵੀ ਦੂਰ ਹੈ ਕਿ ਨੇੜੇ, ਆਪਣੇ ਆਤਮਾ ਨੂੰ ਜਾਣਨ ਦੇ ਲਈ ਉਹਦੀ ਪ੍ਰਾਪਤੀ ਵਾਸਤੇ ਗਾਇਆ। ਜਿਵੇਂ ਭਗਤ ਰਵਿਦਾਸ ਜੀ ਨੇ ਕਥਨ ਕੀਤਾ ਹੈ, ਨੇੜੇ ਨਾ ਹੀ ਦੂਰ। ਇਹਦਾ ਵਿਸਰਾਮ ਵੀ ਇੱਥੇ ਉਹਨੇ ਜੇ ਕਹਿੰਦੀ ਨੇੜੇ ਨਾ ਹੀ ਵਿਸਰਾਮ ਲਾਇਆ ਵੀ ਨੇੜੇ ਨਹੀਂ ਹੈਗਾ ਰੱਬ ਦੂਰ ਹੈ, ਫਿਰ ਇਹ ਅਰਥ ਬਣੂ ਨੇੜਾ ਨਾ ਹੀ ਦੂਰ, ਨਿਜ ਆਤਮੇ ਰਹਿ ਭਰਪੂਰ। ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋਈ, ਦੂਰ ਨਾ ਨੇੜੇ ਸਭ ਕੇ ਸੰਗਾ। ਤੇ ਇਸ ਪ੍ਰਕਾਰ ਉਹਦਾ ਸਰੂਪ ਹੋ ਜਾਂਦੇ ਨੇ। ਗਾਇ ਕੋ ਵੇਖਿਆ ਹਾਦਰਾ ਹਦੂਰ। ਜਿਨ੍ਹਾਂ ਨੇ ਵਾਹਿਗੁਰੂ ਹਾਦਰਾ ਨੇੜੇ ਹਦੂਰ ਸਾਹਮਣੇ ਪ੍ਰਤੱਖ ਕਰਕੇ ਵੇਖਣਾ ਚਾਹਿਆ ਤੇ ਉਹਦੀ ਪ੍ਰਾਪਤੀ ਵਾਸਤੇ ਗਾਇਆ। ਪ੍ਰਹਲਾਦ ਨੇ ਗਾਇਆ,
ਤੇ ਧਰੂ ਨੇ ਗਾਇਆ, ਉਹ ਫਿਰ ਪ੍ਰਗਟ ਹੋ ਕੇ ਭਗਤਾਂ ਦੀ ਰੱਖਿਆ ਵੀ ਕੀਤੀ ਤੇ ਪਰਮੇਸ਼ਰ ਦੀ ਸਾਖਸ਼ਾਤਤਾ ਵੀ ਪ੍ਰਾਪਤ ਹੋ ਗਈ। ਤੇ ਜਿਵੇਂ ਕਾੜ ਖੜਕ ਕੋਪਿਓ ਰੀਸ ਆਏ, ਤੁਧ ਰਾਖਨ ਹਾਰੋ ਮੋਹਿ ਬਤਾਏ, ਪ੍ਰਭ ਥਮ ਤੇ ਨਿਕਸੇ ਕੈ ਵਿਸਤਾਰ, ਹਰਨਾਗ ਸੇ ਦਿਓ ਨਖ ਵਿਦਾਰ। ਸੋ ਹੁਣ ਪ੍ਰਸ਼ਨ ਕੀਤਾ ਵੀ ਕਿੰਨਿਆਂ ਨੇ ਕਥਨ ਕਰਨ ਦੇ ਨਾਲ ਟੋਟਾ ਨਹੀਂ ਆਉਂਦਾ, ਇੰਨਿਆਂ ਨੇ ਕਥਨ ਕੀਤਾ ਕਿ ਫੇਰ ਵੀ ਨਹੀਂ ਟੋਟਾ ਆਉਂਦਾ। ਮੁੜ ਕੇ ਪ੍ਰਸ਼ਨ ਉੱਥੇ ਲੈ ਆਉਂਦਾ। ਸਮਾਪਤੀ ਦੇ ਨੇੜੇ ਪਹੁੰਚੀਏ ਵਿਚਾਰ, ਤੇ ਮਹਾਰਾਜ ਸਾਹਿਬ ਨੇ ਉੱਤਰ ਦਿੱਤਾ ਹੈ, ਕਥਨਾ ਕਥੀ ਨ ਆਵੇ ਟੋਟ। ਇਹ ਭਾਈ ਪਰਮੇਸ਼ਰ ਦੀ ਕਥਾ ਕਰਨ ਵਾਲੇ ਕਰਨ ਪਰ ਤੋਟ ਘਾਟਾ ਨਹੀਂ ਹੁੰਦਾ, ਉਹ ਬੇਅੰਤੀ ਹੈ। ਕਥਾਵਾਂ ਕਥੀ ਜਾਣ, ਕਥਨ ਕਰਨ ਵਾਲਿਆਂ ਦਾ ਅੰਤ ਹੋ ਜਾਊਗਾ, ਪਰ ਕਥਾ ਦਾ ਤੋਟ ਘਾਟਾ ਨਹੀਂ ਆਊਗਾ ਹੈ। ਕਥ ਕਥ ਕਥੀ ਕੋਟੀ ਕੋਟ ਕੋਟ। ਕਥ ਕਥਾ ਕਰਨ ਵਾਲਿਆਂ ਨੇ ਕਥੀ ਕਥਨੀ ਕਰਨ ਵਾਲੇ ਹੋ ਕੇ ਕਥ ਕਥਨੀ ਕੀਤੀ ਹੈ। ਕੋਟ ਕਰੋੜਾਂ, ਕੋਟ ਜਨਮਾਂ ਵਿੱਚ, ਕੋਟੀ ਕਰੋੜਾਂ ਜੁਗਤੀਆਂ ਦੇ ਕੇ ਅਥਵਾ ਕਰੋੜਾਂ ਰੂਪ ਧਾਰਨ ਕਰਕੇ ਫਿਰ ਵੀ ਉਹ ਕਥਾ ਦਾ ਤੋਟਾ ਘਾਟਾ ਨਹੀਂ ਆਉਂਦਾ। ਕੋਟੀ ਕਰੋੜਾਂ ਨੇ ਪਿੱਛੇ ਵੀ ਕਥ ਕਥਨਾ ਕੀਤੀ, ਕੋਟ ਕਰੋੜਾਂ ਹੁਣ ਵੀ ਕਥ ਕਥਨੀ ਕਰ ਰਹੇ ਨੇ, ਕੋਟ ਕਰੋੜਾਂ ਅੱਗੇ ਨੂੰ ਵੀ ਕਥਨੀ ਕਰਨਗੇ, ਤੇ ਪਰ ਉਹ ਪਰਮੇਸ਼ਰ ਬੇਅੰਤੀ ਰਹੇਗਾ ਤੇ ਜਿਹਦੀ ਕਥਾ ਦੁਆਰਾ ਉਹਦਾ ਟੋਟਾ ਕਦੀ ਨਹੀਂ ਆਏਗਾ। ਦਿਦਾ ਦੇ ਲੈਦੇ ਥੱਕ ਪਾਹੇ। ਤੇ ਹੁਣ ਸਿੱਖਾਂ ਵੱਲੋਂ ਵੀ ਪ੍ਰਸ਼ਨ ਤੇ ਸਿਧਾਂਤ ਹੈ ਵੀ ਮਹਾਰਾਜ ਇਹ ਦੱਸੋ ਵੀ ਜਗਿਆਸੂ ਦੇ ਤਾਈਂ ਉਪਦੇਸ਼ ਕੌਣ ਦੇ ਸਕਦਾ ਹੈ। ਮਹਾਰਾਜ ਨੇ ਕਹਿੰਦੇ ਭਾਈ ਸੁਣੋ, ਜਗਿਆਸੂ ਜਨ ਜਿਹੜੇ ਜੂਨਾਂ ਦੀ ਭਰਮਣਾ ਵੱਲੋਂ, ਸਾਰੇ ਸਾਧਨਾਂ ਵੱਲੋਂ ਜਦੋਂ ਥੱਕ ਪਾਹੇ, ਹਉਮੈ ਨੂੰ ਛੱਡ ਕੇ ਉਪਦੇਸ਼ ਲੈਣ ਲਈ ਸਤਿਗੁਰਾਂ ਦੀ ਸ਼ਰਨ ਵਿੱਚ ਤੇ ਪੈ ਜਾਂਦੇ ਨੇ, ਆ ਕੇ ਪੈਂਦੇ ਨੇ ਵੀ ਸਾਨੂੰ ਮਹਾਰਾਜ ਰੱਖ ਲੋ, ਢਾਏ ਪਏ ਦੁਆਰਿਆ ਤੁਹਾਡੇ ਚਰਨਾਂ 'ਚ ਮੇਲ ਲਹੋ ਦਇਆਲ। ਉਹ ਜਗਿਆਸੂ ਨੂੰ ਬ੍ਰਹਮ ਸਰੋਤੀ, ਬ੍ਰਹਮ ਨੇਸਤੀ ਸਤਿਗੁਰੂ ਬ੍ਰਹਮ ਵਿਦਿਆ ਤੇ ਬ੍ਰਹਮ ਗਿਆਨ ਦੇ ਉਪਦੇਸ਼ ਨੂੰ ਦਿੰਦਾ ਹੈ, ਜਿਸ ਕਰਕੇ ਜਗਿਆਸੂ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਤੇ ਇਸ ਕਰਕੇ ਐਸਾ ਪਰਮੇਸ਼ਰ ਵਾਹਿਗੁਰੂ ਹੈ ਤੇ ਉਹ ਉਪਦੇਸ਼ ਦੇ ਸਕਦਾ ਐਸਾ ਸਤਿਗੁਰੂ। ਜੁਗਾ ਜੁਗੰਤਰ ਖਾਹੇ ਖਾਹੇ। ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਸਾਹਿਬ ਨੇ, ਕਹਿੰਦੇ ਉਹਦੀਆਂ ਬਖਸ਼ਾਂ ਨੂੰ ਜੁਗਾਂ ਦੇ ਅੰਦਰ, ਇੱਥੇ ਭਾਵ ਅੰਤਰੀਵ ਦੇ ਵਿੱਚ ਗੂੜਾ ਥੋੜਾ ਜਿਹਾ, ਬ੍ਰਹਮ ਗਿਆਨੀ ਸੰਸਾਰ ਦੇ ਪਦਾਰਥਾਂ ਦੀ ਖਾਹਸ਼ ਨੂੰ ਤੇ ਅੱਗੇ ਕੀ ਲਿਖਿਆ, ਖਾਹੇ, ਖਾਣ ਯੋਗ ਭਾਵ ਮੇਟਣ ਯੋਗ ਸਮਝ ਕੇ ਖਾਹੇ ਅਭਾਵ ਕਰ ਦਿੰਦੇ ਨੇ, ਖਾ ਜਾਂਦੇ ਨੇ, ਨਿਵਰਤ ਕਰ ਦਿੰਦੇ ਨੇ ਗਿਆਨ ਦੇ ਨਾਲ। ਸੰਸਾਰ ਦੀ ਖਾਹਸ਼ ਨਹੀਂ ਰਹਿੰਦੀ ਉਹਨਾਂ ਨੂੰ। ਤੇ ਇਹ ਵੀ ਅਰਥ ਹੈ ਸੰਸਾਰ ਦੀ ਖਾਹਸ਼ ਜੋ ਜੀਵਾਂ ਨੂੰ ਖਾਈ ਜਾ ਰਹੀ ਹੈ, ਪਰ ਗੁਰਮੁਖਾਂ ਨੇ ਇਸ ਨੂੰ ਖਾ ਲਿਆ, ਭਾਵ ਨਾਸ ਕਰ ਲਿਆ। ਤੇ ਜੁਗਾਂ ਚਾਰ, ਬੈਰਾਗ ਯੁੱਗ ਦਾ ਅਰਥ ਹੁੰਦਾ ਚਾਰ, ਤੇ ਉਹਦੇ ਵਿੱਚ ਫਿਰ ਜੁਗਾਂ ਚਾਰ ਯੁੱਗ ਜਿਹੜੇ ਨੇ, ਇੱਥੇ ਸਾਧਨ ਚਾਰ, ਬੈਰਾਗ ਵਿਵੇਕ ਖਟ ਸੰਮਤੀ ਮੋਖ ਇੱਛਾ, ਇਹ ਚਾਰ ਸਾਧਨ। ਯੁੱਗ ਅੰਤਰ, ਇਹਦੇ ਅੰਦਰ ਸਰਵਣ ਮੰਨਣ ਅਧਿਆਸਨ ਤੇ ਤਤ ਤੂੰ ਪਾਦਾ ਸੁਸ਼ੋਧਨ ਇਹਦੇ ਅੰਦਰ ਹੋ ਗਈ। ਫਿਰ ਯੁੱਗ ਦਾ ਅਰਥ ਹੈ ਦੋ, ਇਹ ਵੀ ਅਰਥ ਹੁੰਦਾ ਹੈ ਯੁੱਗਾਂ ਦੋ, ਭਾਵ ਜੀਵ ਤੇ ਈਸ਼ਵਰ। ਯੁੱਗ ਅੰਤਰ, ਦੋਹਾਂ ਦੇ ਵਿੱਚ ਇੱਕ ਅੰਤਰਾ ਸੀ, ਅੰਦਰ ਭੇਦ ਸੀ, ਜੀਵ ਦੇ ਅੰਦਰ ਅਲਪਗਤਾ ਦਾ, ਪਰਮਾਤਮਾ ਦੇ ਅੰਦਰ ਸਰਬਗਤਾ ਦਾ। ਇਹ ਅੰਤਰਾ ਪੜਦਾ ਸੀ। ਇਸ ਅੰਤਰੇ ਨੂੰ ਖਾਣ ਵਾਲੇ ਹੋ ਕੇ ਗਿਆਨਵਾਨਾਂ ਨੇ ਖਾਹੇ ਨਾਸ ਕਰ ਦਿੱਤਾ। ਪਰਮੇਸ਼ਰ ਜੋ ਜੁਗਾਂ ਜੁਗਾਂਤਰ ਅੰਦਰ ਵਿਆਪਕ ਹੈ, ਉਸ ਦੇ ਖਾਣੇ ਯੋਗ ਜਿਹੜਾ ਪਦਾਰਥ ਹੈ, ਬ੍ਰਹਮਾਨੰਦ ਹੈ, ਉਹਨੂੰ ਖਾਣ ਵਾਲੇ ਹੋ ਕੇ ਤਤ ਬੇਤਿਆਂ ਨੇ ਖਾਂਦੇ ਨੇ, ਭੋਗਦੇ ਨੇ, ਇਹ ਆਨੰਦ ਨੂੰ ਮਾਣਦੇ ਨੇ। ਇਹ ਆਨੰਦ ਮੁੱਕਦਾ ਨਹੀਂ ਹੈ। ਹੁਕਮ ਚਲਾਏ ਰਾਹ। ਤੇ ਫਿਰ ਕੀ ਉਹ ਬ੍ਰਹਮ ਗਿਆਨੀ ਕੁਝ ਕਰਦੇ ਵੀ ਨੇ? ਪੁੱਛਿਆ ਵੀ ਕੋਈ ਕਰਤਵ ਵੀ ਕਰਦੇ ਨੇ? ਤਾਂ ਮਹਾਰਾਜ ਸਮਾਪਤੀ ਦੀਆਂ ਤੁਕਾਂ ਤੇ ਲਿਜਾ ਕੇ ਕਹਿੰਦੇ ਉਹ ਇਹ ਕੰਮ ਕਰਦੇ ਨੇ, ਪਰਮੇਸ਼ਰ ਦੇ ਹੁਕਮ ਵਿੱਚ ਚੱਲ ਕੇ ਆਪ ਭਾਣਾ ਮੰਨਦੇ ਨੇ ਅਤੇ ਸੰਸਾਰ ਦੇ ਜੀਵਾਂ ਨੂੰ ਹੁਕਮੀ ਵਾਹਿਗੁਰੂ ਦੇ ਹੁਕਮ ਭਾਣੇ ਦੇ ਵਿੱਚ ਰਾਹੋ ਇਸ ਰਸਤੇ ਚਲਾਉਂਦੇ ਨੇ ਵੀ ਭਾਈ ਭਾਣਾ ਮੰਨੋ। ਇਉਂ ਚਲਾਉਣਾ ਕਰਦੇ, ਇਹ ਰਾਹ ਤੋਰਦੇ ਨੇ ਜੋ ਹੁਕਮੀ ਪਰਮੇਸ਼ਰ ਦੇ ਸਰੂਪ ਸਤਿਗੁਰਾਂ ਦੇ ਪਰਮਾਰਥ ਦੇ ਰਾਹ ਚ ਚਲਾਏ ਹੋਏ ਨੇ। ਉਪਾਸਨਾ, ਭਗਤੀ, ਗਿਆਨ, ਸਰਵਣ ਮੰਨਣ, ਅਧਿਆਸਨ, ਤਤ ਤੂੰ ਪਾਦਾ ਸੁਸ਼ੋਧਨ, ਬ੍ਰਹਮ ਵਿਦਿਆ ਆਦਿਕ
ਪਰਮਾਤਮਾ ਦੀ ਪ੍ਰਾਪਤੀ ਵਾਸਤੇ ਇਹਨਾਂ ਰਸਤਿਆਂ ਦੇ ਉੱਤੇ ਚਲਾਏ ਸੰਸਾਰ ਨੂੰ ਰਾਹੋ, ਇਹ ਰਾਹ ਤੇ ਚਲਾਉਂਦੇ ਹਨ। ਬਸ ਇਹੀ ਕਰਤੱਵ ਹੈ ਉਹਨਾਂ ਦਾ। ਨਾਨਕ ਵਿਕਸੈ ਵੇ ਪਰਵਾਹ। ਸਤਿਗੁਰੂ ਜੀ ਕਥਨ ਕਰਦੇ, ਐਸੇ ਬੇਪਰਵਾਹ ਬੇਮੁਹਤਾਜ ਬ੍ਰਹਮ ਗਿਆਨੀ ਆਪਣਾ ਆਤਮਿਕ ਸਰੂਪ ਵੇਖ ਕੇ ਵਿਕਸੇ ਖੜਦੇ ਨੇ, ਆਨੰਦ ਹੁੰਦੇ ਨੇ। ਬ੍ਰਹਮ ਗਿਆਨੀ ਤਤ ਵੇਸੇ ਕਿਸੇ ਪਦਾਰਥ, ਕਿਸੇ ਸਾਧਨ, ਕਿਸੇ ਉਪਾਸਨਾ ਆਦਿ ਦੇ ਮੁਤਾਜ ਨਹੀਂ ਹੁੰਦੇ, ਸਦਾ ਹੀ ਸੁਤੰਤਰ ਹੁੰਦੇ ਨੇ। ਜੋ ਜੀਵ ਬੇਪਰਵਾਹ ਪਰਮੇਸ਼ਰ ਨੂੰ ਦੇਖ ਕੇ ਵਿਕਸੇ ਖਿੜੇ ਰਹਿੰਦੇ ਨੇ, ਜਿਹੜੇ ਜੀਵ ਬੇਪਰਵਾਹ ਉਹ ਵੀ ਉਸ ਤਰ੍ਹਾਂ ਬੇਪਰਵਾਹ ਪ੍ਰਸੰਨ ਹੁੰਦੇ ਨੇ। ਉਹ ਬੇਪਰਵਾਹ ਆਪ ਵੀ ਬੇਪਰਵਾਹ ਹੋ ਜਾਂਦੇ ਨੇ, ਉਹਦੇ ਭਾਣੇ 'ਚ ਰਹਿੰਦੇ ਨੇ, ਦੇਖ ਕੇ ਪ੍ਰਸੰਨ ਰਹਿੰਦੇ ਨੇ। ਜੋ ਤੂੰ ਕਰੇ ਕਰਾਵੇਂ ਸੁਆਮੀ ਸਾ ਮਸਲਬ ਪ੍ਰਵਾਨ। ਜਿਨ੍ਹਾਂ ਨੂੰ ਹੁਕਮੀ ਵਾਹਿਗੁਰੂ ਨੇ ਆਪਣੀ ਹੁਕਮ ਮੰਨਣ ਦੇ ਰਸਤੇ ਤੇ ਤੋੜ ਦਿੱਤਾ ਹੈ, ਉਹ ਬੇਪਰਵਾਹ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਪ੍ਰਸੰਨ ਹੋ ਜਾਂਦੇ ਨੇ। ਤੇ ਬੇਮੁਹਤਾਜਾ ਬੇਪਰਵਾਹ ਨਾਨਕ ਦਾਸ ਕਹੋ ਗੁਰਬਾਹੋ। ਇਹ ਤੀਸਰੀ ਪੌੜੀ ਦਾ ਮੁੱਖ ਭਾਵ ਕੀ ਸੀ? ਮੁੱਖ ਭਾਵ ਹੈ ਕਿ ਵਾਹਿਗੁਰੂ ਦੇ ਬਲ ਨੂੰ ਗਾਉਣਾ ਬੜਾ ਕਠਿਨ ਹੈ, ਕੋਈ ਗਾ ਨਹੀਂ ਸਕਦਾ। ਵਾਹਿਗੁਰੂ ਦੇ ਬਲ ਨੂੰ ਜਿਹੜਾ ਕੋਈ ਗਾਉਂਦਾ ਹੈ, ਜੇ ਕੋਈ ਗਾਵੇ, ਉਹ ਪਰਮੇਸ਼ਰ ਦੀਆਂ ਦਾਤਾਂ ਨੂੰ ਗਾਉਂਦਾ ਹੈ, ਪਰ ਅਕਾਲ ਪੁਰਖ ਨੂੰ ਪੂਰਾ ਬਲ ਨਹੀਂ ਉਹਦਾ ਕੋਈ ਗਾ ਸਕਦਾ। ਉਹਦੀ ਕਥਾ ਦਾ, ਕਥਨੀਆਂ ਦਾ ਤੋੜ ਘਾਟਾ ਨਹੀਂ ਹੁੰਦਾ, ਜਿੰਨਾ ਕੋਈ ਮਰਜ਼ੀ ਕਰ ਲਵੇ। ਪਿੱਛੇ ਵੀ ਬੇਅੰਤ ਸੀ, ਅੱਗੇ ਨੂੰ ਵੀ ਬੇਅੰਤ ਹੋਣਗੇ, ਕਰੋੜਾਂ ਹੀ ਕਥਾ ਕਰਨਗੇ, ਪਰ ਘਾਟਾ ਨਹੀਂ ਆਏਗਾ। ਉਹ ਬੇਅੰਤ ਪਰਮਾਤਮਾ ਦੀਆਂ ਦਾਤਾਂ ਨੇ। ਦਾਤਾਂ ਪ੍ਰਾਪਤ ਕਰਨ ਵਾਲੇ ਜੀਵ ਥੱਕ ਜਾਂਦੇ ਨੇ, ਵਾਹਿਗੁਰੂ ਦਿੰਦਾ ਹੋਇਆ ਥੱਕਦਾ ਨਹੀਂ, ਆਪਣੇ ਹੁਕਮ ਦੇ ਰਾਹ ਦੇ ਵਿੱਚ ਸਾਰਿਆਂ ਨੂੰ ਚਲਾਉਂਦਾ ਹੈ, ਬੇਪਰਵਾਹ ਪ੍ਰਸੰਨ ਰਹਿੰਦਾ ਹੈ। ਇਹ ਤੀਜੀ ਪੌੜੀ ਦਾ ਸਿਧਾਂਤ ਜਿਹੜਾ ਸੰਖੇਪ ਤੋਂ ਸੰਖੇਪ ਸੁਣਿਆ ਆਪ ਜੀ ਨੇ। ਇਹਦੇ ਕੁੱਲ ਅੱਖਰ 149। ਆ ਹੁਣ ਇੱਥੇ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।